very important for your life. जो आज मैं डिस्कशन ਕਰਨ ਜਾ ਰਿਹਾ ਹਾਂ ਉਹ ਇਹ ਜੀ ਚੀਜ਼ ਹੈ, ਇਹ ਜਿਹਾ ਵਚਨ ਹੈ ਜੋ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਬਹੁਤ ਜ਼ਰੂਰੀ ਹੈਗਾ। How many of you know what authority means? ਤੁਹਾਡੇ ਚ ਕੌਣ-ਕੌਣ ਨੇ ਜੋ ਇਸ ਗੱਲ ਦਾ ਮਤਲਬ ਜਾਣਦੇ ਨੇ ਕਿ ਅਥਾਰਟੀ ਕੀ ਹੁੰਦਾ, ਅਧਿਕਾਰ ਕੀ ਹੈ? Not many people know authority, so I need to preach them. ਤਾਂ ਬਹੁਤ ਸਾਰੇ ਲੋਕਾਂ ਨੂੰ ਅਧਿਕਾਰ ਬਾਰੇ ਨਹੀਂ ਪਤਾ, ਤਾਂ ਮੈਨੂੰ ਲੱਗਦਾ ਮੈਨੂੰ ਇਸ ਤੇ ਉੱਤੇ ਪ੍ਰਚਾਰ ਕਰਨ ਦੀ ਜ਼ਰੂਰਤ ਹੈ। So today I want to talk about authority in Christ. ਤਾਂ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਕਿ ਮਸੀਹ ਦੇ ਵਿੱਚ ਅਧਿਕਾਰ ਕੀ ਹੈਗਾ। It is very important that we have authority in Christ. ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲ ਮਸੀਹਤ ਦੇ ਵਿੱਚ ਅਧਿਕਾਰ ਹੈ। Not authority in ourselves. ਉਹ ਅਧਿਕਾਰ ਨਹੀਂ ਜੋ ਸਾਡੇ ਆਪਣੇ ਨੇਗੇ। Authority in Christ. ਅਧਿਕਾਰ ਜੋ ਮਸੀਹਤ ਦੇ ਵਿੱਚ ਨੇ। So today our topic is going to be authority in Christ. Say authority in Christ. ਜੋ ਅੱਜ ਦਾ ਵਿਸ਼ਾ ਹੈ ਉਹਦਾ ਮਤਲਬ ਹੈਗਾ ਮਸੀਹਤ ਦੇ ਵਿੱਚ ਅਧਿਕਾਰ। ਸੋ ਤੁਸੀਂ ਬੋਲੋ ਕਿ ਮਸੀਹਤ ਦੇ ਵਿੱਚ ਅਧਿਕਾਰ ਹੋਣਾ। और जोर से yes. This is what God has given every believer. ਤਾਂ ਇਹ ਉਹ ਚੀਜ਼ ਹੈ, ਉਹ ਅਧਿਕਾਰ ਹੈ ਜੋ ਖੁਦਾ ਯਿਸੂ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਕਰਨ ਵਾਲੇ ਹਰ ਇੱਕ ਇਨਸਾਨ ਨੂੰ ਦਿੱਤਾ But ਹੈ। many people do not know what the authority is. ਪਰ ਬਹੁਤ ਸਾਰੇ ਲੋਕ ਏਦਾਂ ਦੇ ਜਿਨ੍ਹਾਂ ਨੇ ਪਤਾ ਹੀ ਨਹੀਂ ਕਿ ਉਹਨਾਂ ਦਾ ਅਧਿਕਾਰ ਹੈ ਕੀ। How many of you know to use your phone? ਕਿੰਨੇ ਜਣੇ ਆ ਜੋ ਤੁਹਾਡੇ ਜਾਣਦੇ ਨੇ ਕਿ ਫੋਨ ਨੂੰ ਕਿਵੇਂ ਯੂਜ਼ ਕਰਨਾ ਹੈ? Nobody has to show you how to use your phone. ਕਿ ਤੁਹਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਦਿਖਾਉਣ ਦੀ ਕਿ ਫੋਨ ਨੂੰ ਕਿੱਦਾਂ ਯੂਜ਼ Even ਕਰਨਾ the ਹੈ। children know how to use phones. ਇੱਥੋਂ ਤੱਕ ਕਿ ਬੱਚੇ ਵੀ ਜਾਣਦੇ ਨੇ ਕਿ ਫੋਨ ਨੂੰ Even if ਕਿੱਦਾਂ they're use ਕਰਨਾ ਹੈ। not even 1 year old, they're ready to do like this. ਇਵਨ ਕਿ ਇਹਨਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ, ਸਾਰਾ ਦਿਨ ਸਕਰੋਲਿੰਗ ਕਰਦੇ ਰਹਿੰਦੇ ਨੇ। But sometimes Christians do not know what their authority is in the Most High God. ਤਾਂ ਕਦੇ-ਕਦੇ ਇਦਾਂ ਹੁੰਦਾ ਹੈ ਕਿ ਮਸੀਹ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜੋ ਸਭ ਤੋਂ ਮਹਾਨ ਪਰਮੇਸ਼ਰ ਹੈ ਉਹਨੇ ਸਾਨੂੰ ਕੀ ਅਧਿਕਾਰ ਦਿੱਤਾ। That's why in your life you will not be effective because you do not know what you're supposed to have. ਤਾਂ ਕਦੇ-ਕਦੇ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਆਪ ਨੂੰ ਹੀ ਨਹੀਂ ਪਤਾ ਲੱਗਦਾ ਮਸੀਹਾਂ ਨੂੰ ਕਿ ਸਾਡੀ ਜ਼ਿੰਦਗੀ ਇਫੈਕਟਿਵ ਨਹੀਂ ਹੁੰਦੀ, ਪ੍ਰਭਾਵਿਤ ਨਹੀਂ ਹੁੰਦੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਅਧਿਕਾਰ ਕੀ ਹੈਗੇ। Let's look at the book of Luke chapter 10 verse 19. ਤਾਂ ਆਪਾਂ ਲੂਕਾ ਦੀ ਕਿਤਾਬ ਖੋਲਾਂਗੇ 10 verse 19. 10ਵੇਂ ਚੈਪਟਰ ਦੀ 9ਵੀਂ ਵਰਸ। Okay, this is what Jesus is telling us. Okay, 19. 10ਵੇਂ ਚੈਪਟਰ ਦੀ 19ਵੀਂ ਵਰਸ। This is what Jesus is telling us. Okay, Jesus is speaking this. ਤੇ ਇਹਦੇ ਵਿੱਚ ਇਹ ਨੇ ਜੋ ਖੁਦਾ ਯਿਸੂ ਸਾਡੇ ਨਾਲ ਗੱਲਬਾਤ ਕਰ ਰਹੇ ਨੇ। देखो मैंने तुम्हें सांपों और बिच्छुओं को रोकने का और शत्रु की सारी समर्थ पर अधिकार दिया है। आमीन। So Jesus is saying, I have given you authority. ਤਾਂ ਖੁਦਾ ਯਿਸੂ ਨੇ ਕਿਹਾ ਕਿ ਮੈਂ ਤੁਹਾਨੂੰ ਅਧਿਕਾਰ ਦਿੱਤਾ ਆ। What did Jesus say? ਕੀ ਕਿਹਾ ਖੁਦਾ ਯਿਸੂ ਨੇ? I have given you, not I will give you. I have already given you. ਖੁਦਾ ਯਿਸੂ ਨੇ ਕਿਹਾ ਕਿ ਮੈਂ ਤੁਹਾਨੂੰ ਅਧਿਕਾਰ ਦੇ ਚੁੱਕਿਆ ਹਾਂ। ਖੁਦਾ ਯਿਸੂ ਨੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਅਧਿਕਾਰ ਦਊਂਗਾ। Some people think that they are waiting and still praying for Jesus to give the authority. He says, I've already given it to you. ਤਾਂ ਕੁਝ ਲੋਕ ਇਹ ਸੋਚਦੇ ਨੇ ਕਿ ਸਾਡੇ ਲਈ ਪ੍ਰਾਰਥਨਾ ਹੋਊਗੀ ਤਾਂ ਸਾਨੂੰ ਕੋਈ ਜੋ ਅਧਿਕਾਰ ਮਿਲੇਗਾ, ਲੇਕਿਨ ਖੁਦਾ ਯਿਸੂ ਕਹਿੰਦੇ ਨੇ ਇਹ ਅਧਿਕਾਰ ਮੈਂ ਤੁਹਾਨੂੰ ਪਹਿਲਾਂ ਹੀ ਦੇ ਚੁੱਕਿਆ ਹਾਂ। But some people don't know where the authority is. They are finding which कौन सा pocket में है authority मेरा. ਤਾਂ ਕੁਝ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਅਧਿਕਾਰ ਕੀ ਨੇ, ਉਹ ਆਪਣੀ ਜੇਬਾਂ ਦੇ ਵਿੱਚ ਆਪਣੇ ਅਧਿਕਾਰਾਂ ਨੂੰ ਲੱਭਦੇ ਰਹਿੰਦੇ How ਨੇ। many of you know which pocket your authority is in? ਤੁਹਾਡੇ ਚੋਂ ਕਿੰਨੇ ਜਣੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਤੁਹਾਡੇ ਜੋ ਅਧਿਕਾਰ ਹੈ ਕਿ ਜੇਬਾਂ ਦੇ ਵਿੱਚ ਨੇ? It is. Come on. He said authority is not in the pocket, the authority is inside of us. ਤਾਂ ਉਸ ਬੱਚੇ ਨੇ ਕਿਹਾ ਕਿ ਜੋ ਅਧਿਕਾਰ ਨੇ ਜੇਬ ਦੇ ਵਿੱਚ Well ਨੇ, done. ਸਾਡੇ ਵਿੱਚ ਨੇਗੇ, ਸਾਡੇ ਅੰਦਰ So the ਨੇ। authority is inside you. ਤਾਂ ਅਥਾਰਟੀ ਅਧਿਕਾਰ ਜੋ ਹੈ ਤੁਹਾਡੇ ਅੰਦਰ ਨੇਗੇ। Today we're going to talk about what that authority is and how to use that authority. ਤਾਂ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਾਡੇ ਅਧਿਕਾਰ ਕੀ ਹੈ ਔਰ ਅਸੀਂ ਇਹਨਾਂ ਅਧਿਕਾਰਾਂ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ। So Jesus said, I've given you the authority ਤਾਂ ਖੁਦਾ ਯਿਸੂ ਨੇ ਕਿਹਾ ਕਿ ਮੈਂ ਤੁਹਾਨੂੰ ਅਧਿਕਾਰ ਦੇ ਚੁੱਕਿਆ ਹਾਂ to trample upon snakes and scorpions. ਕਿ ਤੁਸੀਂ ਸੱਪਾਂ ਤੇ ਬਿੱਛੂਆਂ ਨੂੰ ਰੋਣ ਸਕੋ। What does trample mean? Trample means to put ਰੋਣ under ਦੇਣਾ, foot. ਪੈਰ ਦੇ ਨਾਲ ਏਦਾਂ ਕਰ ਦੇਣਾ। Yeah? What do you do with snakes and scorpions? You trample them. ਤਾਂ ਤੁਸੀਂ ਕੀ ਕਰ ਸਕਦੇ ਹੋਗੇ? ਸੱਪਾਂ ਤੇ ਬਿੱਛੂਆਂ ਨੂੰ ਪੈਰਾਂ ਦੇ ਨਾਲ ਏਦਾਂ ਰੋਣ ਸਕਦੇ ਹੋ। You don't pet them. You don't pet them, do you? ਤੁਸੀਂ ਉਹਨਾਂ ਨੂੰ ਓਵਰ ਪੈਂਪਲਿੰਗ ਨਹੀਂ ਕਰ ਸਕਦੇ ਹੈਗੇ। You stamp. ਉਹਨਾਂ ਨੂੰ ਤੁਸੀਂ ਏਦਾਂ ਮਾਰ If you ਸਕਦੇ ਹੋ। try to touch them, they will bite you. ਜੇ ਤੁਸੀਂ ਉਹਨਾਂ ਨੂੰ ਏਦਾਂ ਹੱਥ ਲਾ ਕੇ ਛੂਹਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਹਾਨੂੰ ਕੱਟ ਲੈਣਗੇ। You understand? ਸਮਝ ਸਕਦੇ ਹੋ? So Jesus said, I've given you this special authority that you can trample upon snakes and scorpions. ਤਾਂ ਖੁਦਾ ਯਿਸੂ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਖਾਸ ਅਧਿਕਾਰ ਦਿੱਤੇ ਹਨ ਕਿ ਤੁਸੀਂ ਸੱਪਾਂ ਦੇ ਬਿੱਛਾਂ ਨੂੰ ਆਪਣੇ ਪੈਰਾਂ ਦੇ ਹੇਠ ਰੋਂਦ ਸਕਦੇ ਹੋਗੇ। And you will also overcome all the power of the enemy. ਤਾਂ ਖੁਦਾ ਯਿਸੂ ਨੇ ਇਹ ਵੀ ਕਿਹਾ ਕਿ ਜੋ ਸ਼ਤਰੂ ਦੀ ਜਿੰਨੀ ਵੀ ਤਾਕਤ ਹੋਗੀ ਮੈਂ ਤੁਹਾਨੂੰ ਉਹਦੇ ਉੱਤੇ ਵੀ ਜਿੱਤ ਪ੍ਰਾਪਤ ਕਰਨ ਦੇ ਅਧਿਕਾਰ ਦਿੰਨਾਗਾ। He has given you all power. ਉਹਨੇ ਖੁਦਾ ਯਿਸੂ ਨੇ ਤੁਹਾਨੂੰ ਸਾਰੀ ਤਾਕਤ ਦਿੱਤੀ ਹੈ। Not little power. ਥੋੜੀ ਜਿਹੀ ਤਾਕਤ ਨਹੀਂ ਦਿੱਤੀ, All power. ਸਾਰੀ ਤਾਕਤ। What Jesus gave you? ਕੀ ਦਿੱਤਾ ਖੁਦਾ ਯਿਸੂ ਨੇ ਤੁਹਾਨੂੰ? All power ਸਾਰੀ ਤਾਕਤ। to use against the devil and against
is demons. ਉਹ ਤਾਕਤ ਉਹ ਅਧਿਕਾਰ ਦਿੱਤੇ ਨੇ ਜੋ ਸ਼ੈਤਾਨਾਂ ਦੇ ਤੇ ਜੋ ਸਾਡੇ ਜੋ ਸ਼ੈਤਾਨ ਨੇ ਤੇ ਸ਼ਤਰੂ ਨੇ ਉਹਨਾਂ ਦੇ ਉੱਤੇ ਆਪਾਂ ਜਿੱਤ So ਪ੍ਰਾਪਤ ਕਰ we ਸਕੀਏ। don't have to run from the devil has to run from us. ਤਾਂ ਸਾਨੂੰ ਨਹੀਂ ਜ਼ਰੂਰਤ ਹੈਗੀ ਕਿ ਅਸੀਂ ਸ਼ੈਤਾਨ ਤੋਂ ਭੱਜੀਏ ਬਲਕਿ ਸ਼ੈਤਾਨ ਸਾਡੇ ਤੋਂ ਭੱਜੇ। Some Christians are running and the devil is chasing them. ਤੇ ਕੁਝ ਮਸੀਹ ਜਿਹੜੇ ਨੇ ਭੱਜਦੇ ਜਾਂਦੇ ਨੇ ਤੇ ਸ਼ੈਤਾਨ ਉਹਨਾਂ ਦਾ ਪਿੱਛਾ ਕਰਦਾ ਜਾਂਦਾ ਹੈ। Why they're doing that? ਕਿਉਂ ਇਹ ਕਰਦੇ ਨੇ? Because what is happening is ਕਿਉਂ ਹੁੰਦਾ ਹੈ? they do not know how to do their. ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਉਹਨਾਂ Their ਨੂੰ authority. ਕਿੱਦਾਂ ਕਰਨਾ ਹੈ ਕਿ ਆਪਾਂ ਆਪਣੇ ਅਧਿਕਾਰ ਨੂੰ ਯੂਜ਼ ਕਿੱਦਾਂ ਕਰਨਾ ਹੈ। So we will learn today how to take that authority and how to use it. ਤਾਂ ਅੱਜ ਅਸੀਂ ਸਿੱਖਾਂਗੇ ਕਿ ਅਸੀਂ ਆਪਣੇ ਅਧਿਕਾਰਾਂ ਨੂੰ ਕਿੱਦਾਂ ਯੂਜ਼ ਕਰਨਾ ਹੈ। So say here, Jesus has given me authority. Say. ਤਾਂ ਇਹ ਗੱਲ ਕਹੋ ਕਿ ਖੁਦਾ ਯਿਸੂ ਨੇ ਮੈਨੂੰ ਅਧਿਕਾਰ ਦਿੱਤੇ ਨੇਗੇ। And today I'm going to know how to use it. ਤਾਂ ਅੱਜ ਮੈਂ ਇਹ ਗੱਲ ਜਾਣਨ ਜਾ ਰਿਹਾ ਹਾਂ ਕਿ ਮੈਂ ਇਹਨਾਂ ਨੂੰ ਕਿਵੇਂ ਯੂਜ਼ ਕਰਨਾ ਆ। Amen. ਆਮੀਨ। By the time we finish, we're going to be stamping down all the demons today. ਤਾਂ ਤੁਸੀਂ ਜਾਣਦੇ ਹੋ ਇਸ ਗੱਲ ਨੂੰ ਕਿ ਕਿੱਦਾਂ ਸ਼ਤਰੂ ਨੇ ਆਪਣੇ ਪੈਰ ਦੇ ਥੱਲੇ ਰੋਂਦਣਾ ਆ। Amen. ਆਮੀਨ। So what does the word authority mean? ਤਾਂ ਹੁਣ ਜੋ ਅਧਿਕਾਰ ਸ਼ਬਦ ਦਾ ਮਤਲਬ ਕੀ ਹੈ? How many of you know what authority means? ਉਹ ਤੁਹਾਡੇ ਚੋਂ ਕਿੰਨੇ ਜਣੇ ਜਾਣਦੇ ਨੇ ਕਿ ਅਧਿਕਾਰ ਸ਼ਬਦ ਦਾ ਮਤਲਬ ਕੀ ਹੈ? Authority does not mean force, does not mean power. ਅਥਾਰਟੀ ਅਧਿਕਾਰ ਦਾ ਮਤਲਬ ਇਹ ਨਹੀਂ ਕਿ ਕੋਈ ਧੱਕਾ ਕਰਨਾ, ਵਹਿਸ਼ੀਕਰਨ ਕਰਨਾ। Authority is given, it's given to you. ਅਥਾਰਟੀ ਅਧਿਕਾਰ ਇਹ ਚੀਜ਼ ਹੈ ਜੋ ਤੁਹਾਨੂੰ ਦਿੱਤੀ ਗਈ ਹੈ। Yes, authority is a delegated power that is given into your hands. ਤਾਂ ਅਥਾਰਟੀ ਜਿਹੜੀ ਇੱਕ ਡੈਲੀਗੇਟਡ ਪਾਵਰ ਹੈ। ਡੈਲੀਗੇਟਡ ਪਾਵਰ ਦਾ ਮਤਲਬ ਹੁੰਦਾ ਹੈ ਕਿ ਜੋ ਸਾਡੀ ਆਪਣੀ ਨਹੀਂ ਹੁੰਦੀ, ਜੋ ਪਰਮੇਸ਼ਰ ਨੇ ਸਾਨੂੰ ਜਾਂ ਕਿਸੇ ਨੇ ਸਾਨੂੰ ਦਿੱਤੀ ਹੈ, ਉਹ ਹੁੰਦੀ ਹੈ ਡੈਲੀਗੇਟਡ You see ਪਾਵਰ। a policeman when he stands on the road and he says stop, everybody stops the car. Why? ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਪੁਲਿਸਮੈਨ ਹੁੰਦੇ ਹੈਗੇ ਉਹ ਟ੍ਰੈਫਿਕ ਦੇ ਉੱਤੇ ਖੜੇ ਹੁੰਦੇ ਆ, ਉਹ ਸਾਨੂੰ ਏਦਾਂ ਹੱਥ ਕਰਦੇ ਨੇਗੇ ਕਾਰਾਂ ਨੂੰ ਰੋਕਣ ਲਈ, ਤਾਂ ਹਰ ਕੋਈ ਜਿਹੜੀ ਕਾਰ ਰੁਕ ਜਾਂਦੀ ਹੈ ਸਾਡੇ They're not scared of the policeman. ਉਹ ਪੁਲਿਸ ਵਾਲੇ ਤੋਂ ਡਰਦੇ ਨਹੀਂ ਹੈਗੇਗੇ। Come, Federico, come stand here. Federico. Say, Federico is a policeman, ਦੇਖੋ right? ਕਿ ਫੈਡਰਿਕੋ ਜਿਹੜਾ ਪੁਲਿਸ ਵਾਲਾ ਆ He's a small boy. ਇੱਕ ਛੋਟਾ ਬੱਚਾ ਆ। But when the police, the government gives him authority, ਜੇ ਪੁਲਿਸ ਔਰ ਅਧਿਕਾਰ ਜੋ ਸਰਕਾਰ ਇਹਨੂੰ ਅਧਿਕਾਰ ਦੇਵੇ, he has that authority. He will stand and say stop. ਜੇ ਇਹਦੇ ਕੋਲ ਅਧਿਕਾਰ ਹੈ ਤਾਂ ਇਹ ਕੀ ਕਹਿੰਦੇ ਏਦਾਂ ਹੱਥ ਕਰਕੇ ਰੋਕ So ਸਕਦਾ they ਹੈ। give him a uniform, a police uniform. ਤਾਂ ਇਹਨੂੰ ਪੁਲਿਸ ਦੀ ਜਿਹੜੀ ਯੂਨੀਫਾਰਮ ਹੈ ਉਹ ਦਿੱਤੀ ਜਾਏਗੀ। So when he says stop, ਜਦੋਂ ਇਹ ਕਹੂਗਾ ਏਦਾਂ ਹੱਥ ਕਰਕੇ ਰੁਕੋ, they will stop. ਉਹ ਰੁਕਣਗੇ। Why? ਕਿਉਂ? Because he's been given that authority. ਕਿਉਂਕਿ ਇਹਨੂੰ ਇਹ ਅਧਿਕਾਰ ਦਿੱਤਾ ਗਿਆ ਆ। Amen. Thank you. ਆਮੀਨ। So when God gives you that authority, you are supposed to use it now. ਜਦੋਂ ਖੁਦਾ ਨੇ ਤੁਹਾਨੂੰ ਕੋਈ ਅਧਿਕਾਰ ਦਿੱਤਾ ਹੈ ਤਾਂ ਤੁਸੀਂ ਉਸ ਅਧਿਕਾਰ ਨੂੰ ਵਰਤਣ ਵਾਲੇ ਹੋਣੇ ਚਾਹੀਦੇ ਹੋ। So authority is not force, it is given to you. ਅਥਾਰਟੀ ਅਧਿਕਾਰ ਇਹ ਨਹੀਂ ਹੈਗਾ ਕਿ ਜੋ ਇੱਕ ਧੱਕਾ ਆ, ਇਹ ਤੁਹਾਨੂੰ ਦਿੱਤੀ ਗਈ ਹੈ। So where does that authority come from? ਇਹ ਅਥਾਰਟੀ ਅਧਿਕਾਰ ਕਿੱਥੋਂ ਆਇਆ? Where does it come from? ਕਿੱਥੋਂ ਆਇਆ? Who gives you the authority? ਤੁਹਾਨੂੰ ਕਿਹਨੇ ਦਿੱਤੇ ਅਧਿਕਾਰ? Come on. Who has given you authority? ਕਿਹਨੇ ਦਿੱਤੇ ਤੁਹਾਨੂੰ ਅਧਿਕਾਰ? Who has given you authority? ਕਿਹਨੇ ਦਿੱਤਾ ਤੁਹਾਨੂੰ ਅਧਿਕਾਰ? Who has given you authority? ਤੁਹਾਨੂੰ ਕਿਹਨੇ ਦਿੱਤਾ ਅਧਿਕਾਰ? Yes. Come on, talk to me today. ਹਾਂ, ਅੱਜ ਆਪਾਂ ਗੱਲਬਾਤ ਵੀ ਕਰਾਂਗੇ। Yes. Jesus. So when Jesus says to you, it is in your hand. ਤਾਂ ਖੁਦਾ ਯਿਸੂ ਨੇ ਕਿਹਾ ਕਿ ਇਹ ਤੁਹਾਡੇ ਹੱਥਾਂ ਦੇ ਵਿੱਚ ਨੇ। So you now do not have to fear anything. ਤਾਂ ਤੁਹਾਨੂੰ ਹੁਣ ਕਿਸੇ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। You should be able to walk in boldness ਤਾਂ ਤੁਸੀਂ ਤਾਕਤ ਦੇ ਨਾਲ ਜਿਹੜੇ ਹੈਗੇ ਸਲਾਇਕ ਹੋ ਕਿ ਤੁਸੀਂ ਤਾਕਤ ਦੇ ਨਾਲ ਚੱਲ ਸਕੋ, because God is behind you and He's standing with you. ਕਿਉਂਕਿ ਖੁਦਾ ਤੁਹਾਡੇ ਪਿੱਛੇ ਖੜੇ ਨੇ, ਤੁਹਾਡੇ ਨਾਲ ਸਪੋਰਟ ਕਰ ਰਹੇ ਨੇ। Now let's look at Ephesians chapter 6 verse 10. ਤਾਂ ਅਸੀਂ ਇਫੀਸੀਆ ਦਾ ਚੈਪਟਰ ਦੇਖਾਂਗੇ। It says, be strong in the Lord and in the power of His might. ਤਾਂ ਇਧਰ ਸੇ ਪੜ੍ਹ ਦੂੰ। Be strong in the Lord and in the power of His might. ਹਾਂ, ਇਫੀਸੀਆ 6:10 ਦੇ ਵਿੱਚ ਲਿਖਿਆ ਹੈ ਕਿ ਖੁਦਾ ਦੇ ਵਿੱਚ ਤੇ ਉਹਦੇ ਜੋ ਤਾਕਤਾਂ ਹੈਗੀ ਉਹਦੇ ਵਿੱਚ ਮਜ਼ਬੂਤ ਬਣੋ। That's what He's telling us. Be strong ਤਾਂ ਇਸੇ ਕਰਕੇ ਸਾਨੂੰ ਦੱਸਿਆ ਗਿਆ ਸਟਰੋਂਗ ਬਣੋ in the Lord ਪਰਮੇਸ਼ਵਰ ਦੇ ਵਿੱਚ and in His power. ਔਰ ਉਹਦੀ ਤਾਕਤਾਂ ਦੇ ਵਿੱਚ। Amen. ਆਮੀਨ। So that is where that authority is coming to us. ਤੇ ਇਹ ਉਹ ਅਧਿਕਾਰ ਹੈ ਜੋ ਖੁਦਾ ਦੇ ਦੁਆਰਾ ਸਾਨੂੰ ਮਿਲੇ ਨੇਗੇ। And that authority belongs to every single one of you. ਤਾਂ ਜਿਹੜੇ ਅਧਿਕਾਰ ਨੇ ਇਹ ਇੱਥੇ ਹਰ ਇੱਕ ਇਨਸਾਨ ਨਾਲ ਜੁੜੇ ਹੋਏ ਨੇਗੇ। How many so far following? Brother, you're following so far? Yes? Understanding so far? Some people are still serious. You're understanding, everyone? Wave to me. ਹਰ ਕੋਈ ਬੰਦਾ ਸਮਝ ਪਾ ਰਿਹਾ ਹੈਗਾ? ਉਹ ਆਪਾਂ ਨੂੰ ਹੱਥ ਨਾਲ ਹਾਂ। ਇਸ਼ਾਰਾ ਕਰਕੇ ਦੱਸੋ। Because if you don't understand, I cannot go forward. So you need to tell me your understanding so I can move quickly. ਕਿਉਂਕਿ ਜੇ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਤਾਂ ਮੈਂ ਅੱਗੇ ਨਹੀਂ ਜਾ ਸਕਦਾਗਾ। ਇਸ ਕਰਕੇ ਜੇ ਤੁਹਾਨੂੰ ਸਮਝ ਲੱਗ ਰਿਹਾ ਤਾਂ ਮੈਨੂੰ ਪਲੀਜ਼ ਇਸ਼ਾਰੇ ਨਾਲ ਦੱਸੋ ਫਟਾਫਟ। Yes, good.
because it's important for you to understand what we are talking about. ਤਾਂ ਇਸ ਲਈ ਕਿਉਂਕਿ ਜ਼ਰੂਰੀ ਹੈਗਾ ਕਿ ਜੋ ਅਸੀਂ ਗੱਲਬਾਤ ਕਰ ਰਹੇ ਹਾਂ ਉਹਨੂੰ ਤੁਸੀਂ ਸਮਝ ਸਕੋ। Amen. ਆਮੀਨ। So let's look at Ephesians chapter 6, ਤਾਂ chapter ਅਸੀਂ 2 verse ਇਫਿਸੀਆਂ ਦੇ 6. 6ਵੇਂ ਚੈਪਟਰ 'ਚ ਜਾਵਾਂਗੇ। Okay, I just want to show you a little foundation of what it means. ਤਾਂ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਜੋ ਨੀਂਹ ਹੈ ਉਹ ਕੀ ਹੈ। Jesus said all power and all authority was given into Jesus' hand. ਤਾਂ ਬਾਈਬਲ ਕਹਿੰਦੀ ਹੈ ਕਿ ਜੋ ਸਾਰੇ ਅਧਿਕਾਰ ਨੇ All power and authority खुदा ने हमारे यीशु को दिया और यीशु बोल रहा है कि मैं तुमको दे रहा है. Okay, so if you look at chapter 2 verse 6, ਤਾਂ ਆਪਾਂ ਅਫੀਸੀਆਂ ਦੇ ਦੂਜੇ ਚੈਪਟਰ 6ਵੇਂ ਵਚਨ 'ਚ ਜਾਵਾਂਗੇ। it says what? ਇਹ ਕੀ ਕਹਿੰਦਾ ਆ? And God raised us up with Christ and seated us in the heavenly realms. We are Yeah, translate after me. And God raised us up with Christ. And ਤਾਂ God raised us up with Christ. ਤਾਂ ਜਿਹੜੇ ਅਫੀਸੀਆਂ 2 ਦਾ 6ਵਾਂ ਵਚਨ ਹੈ ਉਹਦੇ ਵਿੱਚ ਖੁਦਾ ਯਿਸੂ ਇਹਦੇ ਵਿੱਚ ਕਿਹਾ ਗਿਆ ਹੈ ਪਰਮੇਸ਼ਵਰ ਕੀ ਕਹਿੰਦੇ ਨੇ ਰੇਜ਼ਡ ਅਸ ਫਰੋਮ ਦਾ ਡੈਡ। ਪਰਮੇਸ਼ਵਰ ਖੁਦਾ ਯਿਸੂ ਨੂੰ ਮੁਰਦਿਆਂ ਦੇ ਵਿੱਚੋਂ ਜਿਵਾ ਲਿਆ ਤੇ ਉਹ ਮਸੀਹ ਦੇ ਵਿੱਚ No, ਜਿਵਾ no, ਲਿਆ। raised us up with Christ. Follow me, follow me. So read, don't read here, read from me. Listen. ਇੱਧਰੋਂ ਪੜ੍ਹ ਰਹੀ ਸੀ। Yeah, no, don't read here, follow me. pastor. And God raised us up ਤਬ ਖੁਦਾ ਨੇ ਸਾਨੂੰ ਮਸੀਹ ਦੇ ਵਿੱਚ ਜਿਵਾ ਲਿਆ and seated us ਔਰ ਸਾਨੂੰ ਬਿਠਾਇਆ in the heavenly realms ਤਾਂ ਉਹ ਸਵਰਗ ਦੀ ਜਗ੍ਹਾ ਦੇ ਉੱਤੇ in Christ Jesus. ਖੁਦਾ ਯਿਸੂ ਦੇ ਵਿੱਚ Not on your own, ਆਪਣੇ ਆਪ ਨਹੀਂ, not on your own, ਤੁਸੀਂ ਆਪਣੇ ਆਪ ਨਹੀਂ, with Christ Jesus. ਖੁਦਾ ਯਿਸੂ ਦੇ ਨਾਲ। So where are you seated? ਤੁਸੀਂ ਕਿੱਥੇ ਬੈਠੇ ਹੋ? You are on the earth today, ਕਿ ਤੁਸੀਂ ਧਰਤੀ ਤੇ ਹੋ? but God raised you up ਤਾਂ ਪਰਮੇਸ਼ਰ ਨੇ ਤੁਹਾਨੂੰ ਉਠਾ ਲਿਆ and seated you where? ਔਰ ਤੁਹਾਨੂੰ ਕਿੱਥੇ ਬਿਠਾਤਾ? Heaven. ਸਵਰਗ ਦੇ ਵਿੱਚ। Why did he do that? ਕਿਉਂ ਉਹਨਾਂ ਨੇ ਇਹ ਕੀਤਾ? Because Jesus, when he died, ਕਿਉਂਕਿ ਜਦੋਂ ਖੁਦਾ ਯਿਸੂ ਮਰੇ, God raised him ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ and ਜਿਵਾ ਲਿਆ seated Christ. ਔਰ ਉੱਥੇ ਸਵਰਗ ਦੇ ਵਿੱਚ ਬਿਠਾਤਾਗਾ। Seated Christ. ਮਸੀਹ ਦੇ ਵਿੱਚ ਬਿਠਾਤਾ, ਮਸੀਹ But ਦੇ ਨਾਲ। now Jesus is saying, because I am raised up, ਤਾਂ ਹੁਣ ਖੁਦਾ ਯਿਸੂ ਕਹਿ ਰਹੇ ਨੇ ਕਿਉਂਕਿ ਮੈਂ ਜੀ ਉਠਾਇਆ I ਗਿਆ, am raising you up also. ਮੈਂ ਤੁਹਾਨੂੰ ਵੀ ਉਠਾ ਲੂੰਗਾ। So when you are raised up to the high, ਜਦੋਂ ਤੁਸੀਂ ਉੱਪਰ ਉਠਾਏ ਜਾਂਦੇ ਹੋ, where are you seated? ਤੁਸੀਂ ਕਿੱਥੇ ਬੈਠੋਗੇ? The most high place. ਦਾ ਸਭ ਤੋਂ ਉੱਚਾ ਸਥਾਨ। Yes. ਕੀ? ਹਾਂ, So when you're up, ਜਦੋਂ ਤੁਸੀਂ ਉੱਚੇ ਹੋ, you're looking down. ਤੁਸੀਂ ਥੱਲੇ ਦੇਖੋਗੇ। So when you're looking from heaven, ਜਦੋਂ ਤੁਸੀਂ ਸਵਰਗ ਤੋਂ you ਦੇਖੋਗੇ can see all the different worlds and then the earth. ਤਾਂ ਤੁਸੀਂ ਧਰਤੀ ਦੇ ਉੱਤੇ ਅਲੱਗ-ਅਲੱਗ ਦਿਸ਼ਾਵਾਂ ਨੂੰ, ਜਗ੍ਹਾਵਾਂ ਨੂੰ ਦੇਖੋਗੇ। Yes. When we are down on the earth, we are looking up. ਜਦੋਂ ਅਸੀਂ ਧਰਤੀ ਦੇ ਹੁੰਨੇ ਆ ਥੱਲੇ ਅਸੀਂ ਉੱਪਰ ਨੂੰ ਦੇਖਦੇ ਆ। But God has put you in a position where you're looking down. ਤਾਂ ਲੇਕਿਨ ਖੁਦਾ ਨੇ ਤੁਹਾਨੂੰ ਇੱਕ ਇਹੋ ਜਿਹੀ ਥਾਂ ਤੇ ਉੱਤੇ ਬਿਠਾਇਆ ਹੈਗਾ ਜਿੱਥੋਂ ਤੁਸੀਂ ਉੱਪਰੋਂ ਥੱਲੇ ਦੇਖ How ਸਕਦੇ many ਹੋ। of you understanding that this is where you are? ਤਾਂ ਕਿੰਨੇ ਤੁਹਾਡੇ ਚ ਸਮਝ ਚੁੱਕੇ ਹੋਣਗੇ ਕਿ ਤੁਸੀਂ ਕਿੱਥੇ ਹੋਗੇ? Yes. ਸਮਝ ਆ ਰਿਹਾ? You understand? ਤੁਸੀਂ ਸਮਝ ਰਹੇ So ਹੋ? that is where you are seated. ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਬਿਠਾਏ ਗਏ ਹੋਗੇ। So when you are seated there, now you can see what is happening. ਜਿੱਥੇ ਤੁਸੀਂ ਬਿਠਾਏ ਗਏ ਫਿਰ ਤੁਸੀਂ ਉੱਥੋਂ ਦੇਖ ਸਕਦੇ ਹੋ ਕਿ The ਕੀ ਹੋ ਰਿਹਾ devil ਹੈ। doesn't want you to know this revelation. ਸ਼ੈਤਾਨ ਨਹੀਂ ਚਾਹੁੰਦਾ ਕਿ ਤੁਸੀਂ ਇਸ ਪ੍ਰਕਾਸ਼ਨ ਨੂੰ ਜਾਣ ਸਕੋ, Because the moment you know this revelation, ਕਿਉਂਕਿ ਜਿਹੜਾ ਸਮਾਂ ਹੈ ਜਦੋਂ ਤੁਸੀਂ ਇਸ ਪ੍ਰਕਾਸ਼ਨ ਨੂੰ ਜਾਣ ਜਾਓਗੇ he's in trouble. ਉਹ ਤੁਹਾਡੇ ਲਈ ਉਹਦੇ ਲਈ ਪ੍ਰੋਬਲਮ ਹੋ ਜਾਊਗੀ। He wants to keep your eyes and ears closed ਉਹ ਚਾਹੂਗਾ ਕਿ ਤੁਹਾਡੀ ਅੱਖਾਂ ਤੇ ਜਿਹੜੇ ਕੰਨ ਨੇ ਬੰਦ ਹੋ ਜਾਣ so that he can chase you all the time. ਤਾਂ ਕਿ ਤੁਹਾਡਾ ਉਹ ਹਮੇਸ਼ਾ ਪਿੱਛਾ ਕਰਦਾ ਰਹੇ। Yes. But when you know the truth, ਲੇਕਿਨ ਜਦੋਂ ਤੁਹਾਨੂੰ ਸੱਚਾਈ ਪਤਾ now you're ਲੱਗੇਗੀ chasing him. ਕਿ ਹੁਣ ਤੁਸੀਂ ਉਹਦਾ ਪਿੱਛਾ ਕਰ ਸਕਦੇ ਹੋ। Yes. So reading the Bible, understanding the Bible, these things is what Jesus said. I have given you, every one of you, this authority. ਹਾਂ, ਤੇ ਬਾਈਬਲ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਔਰ ਸਮਝਦੇ ਹਾਂ ਤਾਂ ਅਸੀਂ ਇਹ ਸਮਝ ਸਕਦੇ ਹਾਂ ਕਿ ਖੁਦਾ ਯਿਸੂ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਅਧਿਕਾਰ ਦਿੱਤੇ ਨੇਗੇ। Now Jesus, when he came to the earth, ਜਦੋਂ ਖੁਦਾ ਯਿਸੂ ਧਰਤੀ ਦੇ ਉੱਤੇ ਆਏ, what did he do? ਕੀ ਉਹਨਾਂ ਨੇ ਕੀਤਾ? For the first 30 years, what did Jesus do? ਮੂਰਲੇ 30 ਸਾਲਾਂ ਦੇ ਵਿੱਚ ਖੁਦਾ ਯਿਸੂ ਨੇ ਕੀ ਕੀਤਾ? He was obedient to his parents. ਤਾਂ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਗੱਲਾਂ ਨੂੰ ਮੰਨਿਆ। He listened to everything that was told. ਉਹਨੇ ਹਰ ਇੱਕ ਉਸ ਗੱਲ ਨੂੰ ਸੁਣਿਆ ਜੋ ਉਹਨੂੰ ਕਹੀ ਜਾਂਦੀ ਸੀਗੀ। And when the time was right, ਜੋ ਸਹੀ ਸਮਾਂ ਆਇਆ, that's when he started ministry. ਤਾਂ ਉਹ ਖੁਦਾ ਯਿਸੂ ਨੇ ਆਪਣੀ ਮਿਨਿਸਟਰੀ ਜੋ ਸੀ ਕਰਨੀ ਸ਼ੁਰੂ ਕਰਤੀ ਸੀ। Before he started the ministry, what did he do? ਮਿਨਿਸਟਰੀ ਤੋਂ ਪਹਿਲਾਂ, ਸੇਵਿਕਾ ਤੋਂ ਪਹਿਲਾਂ ਖੁਦਾ ਯਿਸੂ ਨੇ ਕੀ ਕੀਤਾ? What was the first thing Jesus did? ਪਹਿਲਾ ਕੰਮ ਕਿਹੜਾ ਸੀ ਜੋ ਖੁਦਾ ਯਿਸੂ ਨੇ ਕੀਤਾ? Who knows? Yes, he did what? ਕੀ The ਕੀਤਾ? water baptism. ਪਾਣੀ ਦਾ ਬਪਤਿਸਮਾ ਲੱਤਾ। Yes. Second, what did he do? ਦੂਜੀ ਚੀਜ਼ ਕੀ ਕੀਤੀ? The Holy Spirit took him where? ਜਿਹੜਾ ਪਵਿੱਤਰ ਆਤਮਾ ਸੀ
हाँ ऊपर ले गया No, 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 no. Holy Spirit took him to the desert. ਜਿਹੜਾ ਪਵਿੱਤਰ ਆਤਮਾ ਸੀ ਉਹਨਾਂ ਨੂੰ ਰੇਗਿਸਤਾਨ ਚ ਲੈ ਗਿਆ। Why did the Holy Spirit take him to the desert? ਕਿਉਂ ਹੋਲੀ ਪਵਿੱਤਰ ਆਤਮਾ ਸੀ ਜਿਹੜਾ ਉਹਨਾਂ ਨੂੰ ਰੇਗਿਸਤਾਨ ਚ ਲੈ ਗਿਆ? Because Jesus had to learn to do fasting. Jesus is God, but he is showing us that when you go before ministry, you have to learn to fast. ਤਾਂ ਉਹ ਇਸ ਕਰਕੇ ਖੁਦਾ ਯਿਸੂ ਨੂੰ ਉਹ ਦੂਰ ਲੈ ਗਈ ਸੀ ਪਵਿੱਤਰ ਆਤਮਾ, ਕਿਉਂਕਿ ਉਹਨਾਂ ਨੇ ਜਿਹੜੇ ਸੀ ਫਾਸਟਿੰਗ ਦੇ ਵਿੱਚ ਜਾਣਾ ਸੀ। ਤਾਂ ਇਸੇ ਕਰਕੇ ਸੇਵਿਕਾਈ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਫਾਸਟਿੰਗ ਵਰਤਾਂ ਦੇ ਵਿੱਚ ਜਾਈਏ, ਉਪਵਾਸ ਦੇ ਵਿੱਚ You ਜਾਈਏ। cannot just get into ministry and start saying, I want to do this, 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 this. It's not like that. ਇਦਾਂ ਨਹੀਂ ਹੋ ਸਕਦਾ ਕਿ ਸਿੱਧਾ ਸੇਵਿਕਾ ਸ਼ੁਰੂ ਕਰਤੇ ਹੋ ਤੁਸੀਂ ਕਹਿਣ ਲੱਗ ਜਾਓ ਕਿ ਮੈਂ ਹਾਂ ਇਦਾਂ ਕਰ ਸਕਦਾ ਹਾਂ। Jesus did the process. ਪਰਮੇਸ਼ਰ ਨੇ ਇੱਕ Yeah. ਪ੍ਰੋਸੈਸ ਨੂੰ ਫੋਲੋ ਕੀਤਾ, So we need to do the same thing. ਤਾਂ ਸਾਨੂੰ ਵੀ ਚੀਜ਼ਾਂ ਕਰਨ ਦੀ ਜ਼ਰੂਰਤ ਹੈ। Some people still don't understand what is water baptism. They're still sitting down for years and not doing it. ਤਾਂ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਸਮਝ ਹੀ ਨਹੀਂ ਪਾਉਂਦੇ ਕਿ ਉਹ ਪਾਣੀ ਦਾ ਬੈਪਤਿਜ਼ਮ ਨਹੀਂ ਲੈਂਦੇ, ਬੈਠੇ ਰਹਿੰਦੇ ਨੇ ਬਹੁਤ ਸਾਲਾਂ ਤੱਕ ਇੰਤਜ਼ਾਰ ਕਰਦੇ ਰਹਿੰਦੇ ਨੇ। If you want to be serious with God and to do the kingdom work, you need to pay attention to what Jesus is saying. ਤੇ ਜੇਕਰ ਤੁਸੀਂ ਪਰਮੇਸ਼ਰ ਦੇ ਵਿੱਚ ਆਉਂਦੇ ਹੋ, ਪਰਮੇਸ਼ਰ ਦੀ ਸੇਵਾ ਕਰਨਾ ਚਾਹੁੰਦੇ ਹੋ, ਉਹਦੇ ਰਾਹ ਦੀ ਸੇਵਾ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਨੇ ਕੀ ਕੁਝ ਕੀਤਾ ਸੀਗਾ। So when Jesus finished the 40-day fasting, ਜਦੋਂ ਖੁਦਾ ਯਿਸੂ ਨੇ 40 ਦਿਨਾਂ ਦੇ ਜੋ ਵਰਤ ਉਪਵਾਸ ਸੀ ਖਤਮ he ਕੀਤੇ, came out into the city. ਤਾਂ ਉਹ ਸਾਹਮਣੇ ਆਏ, City mein aaya. ਸ਼ਹਿਰ ਦੇ ਵਿੱਚ ਆਏ। And what did he do when he came to the city? ਤਾਂ ਉਹਨਾਂ ਨੇ ਸ਼ਹਿਰ ਦੇ ਵਿੱਚ ਆ ਕੇ ਕੀ ਕੀਤਾ? What did he do? ਕੀ ਕੀਤਾ? चेले बनाए Yes. तो क्या Oh, Lidra Street पे घूमने पे नहीं गया. ਹਾਂ He started to share the word. ਤਾਂ ਉਹਨਾਂ ਨੇ Yeah. ਵਚਨ ਨੂੰ ਸ਼ੇਅਰ ਕਰਨਾ, ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਕਰ He ਦਿੱਤਾ। started traveling from every village to village, sharing the word of God. ਤਾਂ ਉਹਨਾਂ ਨੇ ਪਿੰਡ ਤੋਂ ਪਿੰਡ ਜਾ ਕੇ ਪਰਮੇਸ਼ਰ ਦਾ ਵਚਨ ਸ਼ੇਅਰ ਕਰਨਾ ਸ਼ੁਰੂ ਕਰ So ਦਿੱਤਾ। Jesus is showing every one of you what you need to do. ਤਾਂ ਖੁਦਾ ਯਿਸੂ ਨੇ ਸਾਨੂੰ ਦੱਸਿਆ ਹੈ ਕਿ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ। So he got his authority from God and now he's beginning to exercise that authority. ਤਾਂ ਪਰਮੇਸ਼ਰ ਨੂੰ ਜੋ ਉੱਤੋਂ ਪਿਤਾ ਦੇ ਵੱਲੋਂ ਜੋ ਅਧਿਕਾਰ ਮਿਲੇ ਸੀ, ਤਾਂ ਖੁਦਾ ਯਿਸੂ ਨੇ ਹੁਣ ਉਹਨਾਂ ਅਧਿਕਾਰਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ A ਸੀ। lot of Christians have got the authority but they're still sitting down. ਤਾਂ ਬਹੁਤ ਸਾਰੇ ਮਸੀਹ ਜਿਹੜੇ ਨੇ ਉਹਨਾਂ ਨੂੰ ਅਧਿਕਾਰ ਦਿੱਤੇ ਗਏ They are ਨੇ, ਪਰ still ਫਿਰ ਵੀ praying. ਉਹ ਬੈਠੇ ਹੀ ਰਹਿੰਦੇ ਨੇ, They are ਸਿਰਫ still ਪ੍ਰਾਰਥਨਾ ਹੀ praying. ਕਰ ਰਹੇ ਆ, ਪ੍ਰਾਰਥਨਾ ਹੀ ਕਰ ਰਹੇ ਆ। But God is saying, go. ਪਰ ਪਰਮੇਸ਼ਰ ਨੇ ਕਿਹਾ ਜਾਓ, It is in your hand. ਇਹ ਤੁਹਾਡੇ ਹੱਥਾਂ ਦੇ ਵਿੱਚ ਹੈ, Use it. ਇਹਨੂੰ ਵਰਤੋ। Because he said, I have given it to you. ਤਾਂ ਖੁਦਾ ਨੇ ਕਿਹਾ ਕਿ ਮੈਂ ਤੁਹਾਨੂੰ ਦਿੱਤੇ ਇਹ ਅਧਿਕਾਰ। Yeah. If somebody gives you a house to a big, gives you the key to a big house, ਜੇਕਰ ਤੁਹਾਨੂੰ ਕੋਈ ਵੱਡੇ ਘਰ ਦੀ ਕੋਈ ਚਾਬੀ ਫੜਾ ਦੇ, say it is like 5-story bedroom, big house. ਤਾਂ ਦੇਖੋਗੇ ਕੋਈ 5 ਮੰਜ਼ਿਲੀ ਬਹੁਤ ਵੱਡਾ ਬਹੁਤ ਸੋਹਣਾ ਘਰ ਹੈ, What will you do? Will you take that key and keep it on here? ਤਾਂ ਤੁਸੀਂ ਕੀ ਕਰੋਗੇ? ਚਾਬੀ ਲੈ ਕੇ ਬਸ ਇੱਥੇ ਰੱਖ ਦੋਗੇ? You will be running, forget bus, forget train, you will be running to this house. ਤਾਂ ਤੁਸੀਂ Why? ਬੱਸਾਂ ਟ੍ਰੇਨਸ ਨੂੰ ਭੁੱਲ ਕੇ ਭੱਜੇ ਜਾਓਗੇ ਉਸ ਘਰ ਕਰਨੀ। ਕਿਉਂ? Because you want to see the house. ਕਿਉਂਕਿ ਤੁਸੀਂ ਤੁਹਾਨੂੰ ਦੇਖਣਾ ਚਾਹੁੰਦੇ ਹੋ। God has given you something more powerful than this. ਖੁਦਾ ਨੇ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਤਾਕਤਵਰ ਕੁਝ ਦਿੱਤਾ ਆ, The authority that He has given you. ਅਧਿਕਾਰ, ਤੁਹਾਨੂੰ ਅਧਿਕਾਰ ਦਿੱਤਾ So ਹੈ। you can speak to every problem that is coming your way. ਤਾਂ ਉਹ ਤੁਸੀਂ ਹਰ ਇੱਕ ਪ੍ਰੋਬਲਮ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੀ ਤੁਹਾਡੇ ਰਸਤੇ ਦੇ ਵਿੱਚ ਆਉਂਦੀ ਹੈ। But we are not interested. ਪਰ ਸਾਡਾ ਕੋਈ ਇਸ ਗੱਲ 'ਚ ਧਿਆਨ ਹੀ ਨਹੀਂ ਹੈਗਾ। We are interested only in what? ਅਸੀਂ ਉਹਦੇ ਕਿਹਦੇ ਵਿੱਚ ਇੰਟਰਸਟਡ ਆ, ਫਿਰ ਕਿਹਦੇ ਵਿੱਚ ਧਿਆਨ ਆ ਸਾਡਾ? Listening to somebody, going around. ਕਿਸੇ ਹੋਰ ਨੂੰ ਸੁਣਨਾ, ਇੱਧਰ ਉੱਧਰ ਜਾਣਾ। Yeah. ਸਹੀ ਗੱਲ ਹੈ, Focus on this. ਇਹਦੇ ਉੱਤੇ ਫੋਕਸ ਕਰੋ। When you focus on the Bible, ਜੋ ਤੁਸੀਂ ਬਾਈਬਲ ਦੇ ਉੱਤੇ ਫੋਕਸ ਕਰਦੇ ਹੋ, God is showing you what to do. ਤਾਂ ਪਰਮੇਸ਼ਰ ਤੁਹਾਨੂੰ ਦਿਖਾਣਗੇ, ਦੱਸਣਗੇ ਕਿ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ। Now let's look at the book of Matthew. I won't read it for you, but let's look at it. Matthew, ਆਪਾਂ ਮਤੀ ਦੀ ਕਿਤਾਬ no, sorry, ਦੇਖਾਂਗੇ। Mark chapter 1. ਮਰਕੁਸ ਦੀ ਕਿਤਾਬ ਪਹਿਲੇ ਚੈਪਟਰ 'ਚ ਦੇਖਾਂਗੇ। Mark chapter 1, verse ਦਾ ਪਹਿਲਾ 20, ਉਹਦਾ 20ਵਾਂ ਵਚਨ, 21. ਉਹਦਾ 21ਵਾਂ ਵਚਨ। Okay. Jesus at that time, he went into a synagogue. Just a church mein. ਤੇ ਖੁਦਾ ਯਿਸੂ ਜਿਹੜੇ ਸੀ ਉਸ ਵੇਲੇ ਅਲੱਗ-ਅਲੱਗ ਥਾਵਾਂ ਦੇ ਉੱਤੇ ਗਏ, As he began to teach people, ਤਾਂ ਉਹਨਾਂ ਨੇ ਲੋਕਾਂ ਨੂੰ ਸਿਖਾਉਣਾ ਸ਼ੁਰੂ ਕੀਤਾ। everybody was amazed. ਹਰ ਕੋਈ ਜਿਹੜਾ ਸੀ ਹੈਰਾਨ ਹੋ ਗਿਆ। Why were they amazed? ਕਿਉਂ ਲੋਕ ਹੈਰਾਨ ਹੋ ਗਏ? Because he began to teach them with authority. ਕਿਉਂਕਿ ਉਹਨਾਂ ਨੇ ਅਧਿਕਾਰ ਦੇ ਨਾਲ ਲੋਕਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਸੀਗਾ। Can you read it, Matthew, Mark, sorry, they understand. Mark verse 21, 22. ਚੈਪਟਰ ਕੌਣ ਸਾ ਦਾ ਪਾਸਟਰ ਜੀ? 1. So they can understand as well. मरकुस 1:21 है ना। तब वे कफरनहूम में गए और वह तुरंत सबत के दिन आराधनालय में जाकर उपदेश करने लगा और लोग उसके उपदेश से चकित हुए क्योंकि वह उन्हें शास्त्रियों के समान नहीं परंतु अधिकारी के समान उपदेश देता था। हालेलुया। See, when you preach, देखो when you teach, you देखो। have to speak with authority.
ਦੇਖੋ ਜਦੋਂ ਤੁਸੀਂ ਸਿਖਾਉਂਦੇ ਹੋ, ਤੁਸੀਂ ਪ੍ਰਭੂ ਦਾ ਵਚਨ ਸ਼ੇਅਰ ਕਰਦੇ ਹੋ ਤਾਂ ਤੁਸੀਂ ਅਧਿਕਾਰ ਦੇ ਨਾਲ ਕਰ ਸਕਦੇ If ਹੋ। I stand today and talk about the word of God and I talk, God, the word of God is okay, yes, the word of God is powerful, and the word of God is this, how does it come across? ਤੇ ਜਦੋਂ ਮੈਂ ਇੱਥੇ ਖੜੇ ਹੋ ਕੇ ਏਦਾਂ ਸੁਸਤੀ ਦੇ ਨਾਲ ਕਹਾਂ ਕਿ ਪਰਮੇਸ਼ਵਰ ਦਾ ਵਚਨ ਹੈ, ਪਰਮੇਸ਼ਵਰ ਨੇ ਬਾਈਬਲ ਦੇ ਵਿੱਚ ਇਹ ਕਿਹਾ ਹੈ, ਤਾਂ ਕਿੱਦਾਂ ਹੋਏਗਾ ਫਿਰ? Will you listen to me? ਕਿ ਤੁਸੀਂ ਮੈਨੂੰ ਸੁਣੋਗੇ? So it has to come across that I am able to convey the message. God said, I give you the authority. ਤਾਂ ਸਾਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਨੇ ਸਾਨੂੰ ਅਧਿਕਾਰ ਦਿੱਤਾ, ਅਥਾਰਟੀ ਦੇ ਨਾਲ ਵਚਨ ਜਿਹੜਾ ਹੈਗਾ ਸਾਨੂੰ ਸ਼ੇਅਰ ਕਰਨ ਦੀ ਅਥਾਰਟੀ ਦਿੱਤੀ ਹੈਗੀ। So Jesus, when he was in the temple, he was teaching people this. ਤਾਂ ਜਦੋਂ ਖੁਦਾ ਯਿਸੂ ਜਿਹੜੇ ਸੀਗੇ ਮੰਦਿਰ ਦੇ ਵਿੱਚ ਸੀਗੇ ਤਾਂ ਪਰਮੇਸ਼ਵਰ ਵਚਨ ਜਿਹੜਾ ਸੀ ਲੋਕਾਂ ਨੂੰ ਦੱਸਦੇ ਸੀਗੇ, ਸਿਖਾਉਂਦੇ So they ਸੀਗੇ। were surprised because the other people were just talking casually. ਕਿਉਂਕਿ ਉਹ ਹੈਰਾਨ ਹੋ ਗਏ ਸੁਣਨ ਵਾਲੇ, ਉਹ ਹੈਰਾਨ ਸੀਗੇ ਕਿ ਬਾਕੀ ਲੋਕ ਜਿਹੜੇ ਸੀ ਸਿਰਫ ਆਮ ਗੱਲਬਾਤ ਕਰਦੇ ਸੀਗੇ। Jesus is talking something different. He's talking with authority. हमने नहीं देखा ये. ਖੁਦਾ ਯਿਸੂ ਜਿਹੜੇ ਸੀਗੇ ਉਹ ਆਮ ਗੱਲਾਂ ਬਾਤਾਂ ਨਹੀਂ ਕਰਦੇ ਸੀ, ਉਹ ਅਧਿਕਾਰ ਦੇ ਨਾਲ ਗੱਲਾਂ ਬਾਤਾਂ ਕਰਦੇ ਸੀਗੇ। Then what ਲੋਕਾਂ ਨੇ happened? ਚੀਜ਼ ਨਹੀਂ ਦੇਖੀ ਸੀ। Then what happens? As he's फिर क्या speaking in होया? authority. ਫਿਰ ਕੀ ਹੋਇਆ? Read the next verse. 23. तो ਆਪਾਂ 23वां वचन पढ़ेंगे, मरकुस 1 का 23वां। उसी समय उनके आराधनालय में एक मनुष्य था जिसमें एक अशुद्ध आत्मा थी। उसने चिल्लाकर कहा, हे यीशु नासरी, हमें तुझसे क्या काम? क्या तू हमें नष्ट करने आया है? मैं तुझे जानता हूं, तू कौन है, परमेश्वर का पवित्र जन। 25 ऑल्सो। Yeah. 25वां वचन ਆਪਾਂ पढ़ेंगे। यीशु ने उसे डांट कर कहा, चुप रह और उसमें से निकल जा। Amen. आमीन। So when Jesus ਜਦੋਂ ਖੁਦਾ ਯਿਸੂ was speaking in authority, ਅਧਿਕਾਰ ਦੇ ਨਾਲ ਗੱਲ ਕਰ ਰਹੇ ਸੀ, the demon जो उसके अंदर जो ਜੋ ਉਹਦੇ ਅੰਦਰ ਅਸ਼ੁੱਧ ਆਤਮਾ ਸੀ, he became uncomfortable. ਉਹ ਕੀ ਹੋ ਗਈ? ਅਨਕੰਫਰਟੇਬਲ ਹੋ ਗਿਆ। Because the devil knows when you speak with authority. ਕਿਉਂਕਿ ਜਦੋਂ ਪਰਮੇਸ਼ਰ ਨੇ ਉਸ ਸ਼ੈਤਾਨ ਦੇ ਨਾਲ ਅਧਿਕਾਰ ਦੇ ਨਾਲ ਗੱਲ ਕੀਤੀ, Every demon, they know who you are. ਹਰ ਇੱਕ ਸ਼ੈਤਾਨ ਜਾਣਦਾ ਹੈ ਕਿ ਤੁਸੀਂ ਕੌਣ ਹੋ। They know what authority you have. ਉਹਨੂੰ ਇਹ ਵੀ ਪਤਾ ਹੈ ਸ਼ੈਤਾਨ ਨੂੰ ਕਿ ਤੁਹਾਡੇ ਕੋਲ ਕੀ ਅਧਿਕਾਰ So we ਹੈ। don't have to worry what people are thinking about us. We need to understand in the spirit realm, do the spirits know who you are? ਤਾਂ ਸਾਨੂੰ ਇਹ ਸੋਚਣ ਦੀ ਜ਼ਰੂਰਤ ਨਹੀਂ ਹੈਗੀ ਕਿ ਲੋਕ ਸਾਡੇ ਬਾਰੇ ਕੀ ਸੋਚ ਰਹੇ ਹਨ। ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਜੋ ਸਾਨੂੰ ਅਧਿਕਾਰ ਦਿੱਤੇ ਗਏ ਆਤਮਾ ਦੇ ਅਧਿਕਾਰ ਦੇ ਵਿੱਚ ਆਂਗੇ ਅਸੀਂ। People will say good things, they will say bad things. ਲੋਕ ਚੰਗੀਆਂ ਚੀਜ਼ਾਂ ਵੀ ਕਹਿੰਦੇ ਨੇ ਤੇ ਮਾੜੀਆਂ ਚੀਜ਼ਾਂ But ਵੀ our ਕਹਿੰਦੇ ਨੇ। fight is not with people. Our fight is with the demonic spirits. ਅਸੀਂ ਲੋਕਾਂ ਦੇ ਨਾਲ ਨਹੀਂ ਲੜਨਾ ਹੈਗਾ, ਅਸੀਂ ਜਿਹੜੀ ਦੁਸ਼ਟ ਆਤਮਾਵਾਂ ਉਹਨਾਂ ਦੇ ਨਾਲ ਲੜਨਾ ਆ। So do they know who you are? Do they know who you are, Ranjit? ਤਾਂ ਰਣਜੀਤ ਉਹ ਜਾਣਦੇ ਨੇ ਕਿ ਤੁਸੀਂ ਕੌਣ ਹੋ। So if the evil spirit comes here, ਤਾਂ ਜੇ ਤੇ ਕੋਈ ਦੁਸ਼ਟ ਆਤਮਾ ਹੁੰਦੀ ਹੈ do they know who Ranjit is? ਤਾਂ ਉਹਨੂੰ ਪਤਾ ਹੈ ਕਿ ਰਣਜੀਤ ਕੌਣ ਹੈ, If they know who Ranjit is, they won't go close to her. ਤੇ ਉਹ ਜਾਣਦੀ ਹੈ ਕਿ ਜੇ ਰਣਜੀਤ ਕੌਣ ਹੈ ਤਾਂ ਉਹਦੇ ਕੋਲ ਨਹੀਂ ਜਾਏਗੀ। If they know Ranjit is a bit weak ਤਾਂ ਜੇ ਉਹ ਜਾਣਦੀ ਹੈ ਕਿ ਜਿਹੜੀ ਰਣਜੀਤ ਹੈ ਉਹ ਥੋੜੀ ਕਮਜ਼ੋਰ ਹੈ and she doesn't know her authority, ਤਾਂ ਉਹਦੇ ਕੋਲ ਅਧਿਕਾਰ ਨਹੀਂ ਹੈ, then they will start playing with you. ਤਾਂ ਉਹ ਕੀ ਹੈ ਸਭ ਦੇ ਨਾਲ ਖੇਲਣਾ ਜਿਹੜਾ ਸ਼ੁਰੂ ਕਰ ਦੇਗੀ। You understand? ਸਮਝ So ਗਏ? when Jesus stood in the temple to teach, ਤਾਂ ਜਦੋਂ ਖੁਦਾ ਯਿਸੂ ਜਿਹੜੇ ਸੀ ਮੰਦਿਰ ਦੇ ਵਿੱਚ ਜਦੋਂ ਪ੍ਰਚਾਰ ਕਰਦੇ ਸੀ, they knew who he was. ਉਹਨੂੰ ਪਤਾ ਸੀ ਪਰਮੇਸ਼ਰ ਨੂੰ ਕਿ ਮੈਂ ਕੌਣ ਆ। He did not say, I'm Jesus. ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਖੁਦਾ ਮੈਂ The ਯਿਸੂ। way he spoke, ਜਿਹੜਾ ਤਰੀਕਾ ਸੀ ਉਹਨਾਂ ਦੇ ਬੋਲਣ ਦਾ, they knew who he was. ਤਾਂ ਉੱਥੋਂ ਪਤਾ ਲੱਗਦਾ ਸੀ ਕਿ ਉਹ ਕੌਣ ਹੈ। So when you go out, ਜਦੋਂ ਤੁਸੀਂ ਬਾਹਰ ਜਾਓ, when you speak, ਜਦੋਂ ਤੁਸੀਂ ਬੋਲੋ, they should know who you are. ਤਾਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਤੁਹਾਡੇ ਬੋਲਣ ਦੇ ਤਰੀਕੇ ਕਿ ਤੁਸੀਂ ਕੌਣ ਹੋ। They need to know this lady is coming. If I mess with her, she's going to kick me out. ਤਾਂ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਔਰਤ ਜੋ ਆ ਰਹੀ ਹੈ, ਜੇ ਮੈਂ ਇਹਦੇ ਨਾਲ ਪੰਗਾ ਲਵਾਂਗਾ ਤਾਂ ਮੈਂ ਕੀ ਆ ਖਤਮ ਹੋ ਜਾਊਂਗਾ। But if they know that she doesn't know anything, they will play with you around. ਤੇ ਜੇ ਉਹਨੂੰ ਪਤਾ ਹੈ ਸ਼ੈਤਾਨੀ ਆਤਮਾ ਨੂੰ ਕਿ ਜੋ ਲੇਡੀ ਆ ਰਹੀ ਹੈ ਉਹਨੂੰ ਕੁਝ ਵੀ ਨਹੀਂ ਪਤਾ ਹੈਗਾ, ਤਾਂ ਉਹਨੇ ਤੁਹਾਡੇ ਨਾਲ ਖੇਡਣਾ How ਸ਼ੁਰੂ many ਕਰ of ਦੇਣਾ। you want to be so powerful that the demons know who you are? ਤਾਂ ਤੁਹਾਡੇ ਚੋਂ ਕੌਣ ਨੇ ਜੋ ਇਹਨੇ ਤਾਕਤਵਰ ਬਣਨਾ ਚਾਹੁੰਦੇ ਨੇ ਕਿ ਸ਼ੈਤਾਨ ਨੂੰ ਤੁਸੀਂ ਦੱਸ ਸਕੋ ਕਿ ਤੁਸੀਂ ਕੌਣ ਹੋ, You want to be that. ਕਿ ਤੁਸੀਂ ਉਹ ਬਣਨਾ ਚਾਹੁੰਦੇ ਹੋ। So you need to know what is placed in your hand. ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਅਧਿਕਾਰ ਨੇ ਤੁਹਾਡੇ ਹੱਥਾਂ ਦੇ ਵਿੱਚ। Yeah? Where is that authority? ਕਿੱਥੇ ਤੁਹਾਡਾ ਅਧਿਕਾਰ? Where did you say the authority is? ਕਿੱਥੇ? It is inside of ਉਹ us. ਸਾਡੇ ਅੰਦਰ ਆ। Where is it? ਕਿੱਥੇ ਆ? ਉਹ ਸਾਡੇ ਅੰਦਰ ਆ। So how do you bring that out? ਤਾਂ ਤੁਸੀਂ ਉਹਨੂੰ ਕਿਵੇਂ ਬਾਹਰ ਕੱਢ ਸਕਦੇ ਹੋ? कभी लोगों ने बंद करके उधर ही रखा. ਕਿ ਲੋਕਾਂ ਨੇ ਬੰਦ ਕਰਕੇ ਅੰਦਰ ਹੀ ਰੱਖ ਰੱਖੀ। You need to bring it out. How do you bring it out? ਤੁਸੀਂ ਉਹਨੂੰ ਕਿਵੇਂ ਬਾਹਰ ਲੈ ਕੇ ਆਓਗੇ? What is this? ਕੀ ਇਹ? Mouth. Mouth। You need to speak it. ਤੁਹਾਨੂੰ ਬੋਲਣ ਦੀ ਜ਼ਰੂਰਤ ਆ। Yeah? If you keep your mouth closed, ਜੇ ਤੁਸੀਂ ਆਪਣਾ ਮੂੰਹ ਬੰਦ ਕਰਕੇ ਰੱਖੋਗੇ, बाहर आ रहा है? नहीं. अंदर रखेगा तो कुछ फायदा नहीं है. It's of no use. It has to come out.
ਤਾਂ ਤੁਹਾਨੂੰ ਜ਼ਰੂਰਤ ਉਹਨੂੰ ਬਾਹਰ ਕੱਢਣ ਦੀ। Amen. ਆਮੀਨ। So today when you speak, you need to speak with that authority. ਤਾਂ ਅੱਜ ਤੁਸੀਂ ਜਦੋਂ ਕਿਸੇ ਨਾਲ ਗੱਲਬਾਤ ਕਰੋ ਤਾਂ ਉਸ ਅਧਿਕਾਰ ਦੇ ਨਾਲ ਤੁਸੀਂ ਗੱਲਬਾਤ When you ਕਰੋ। go out evangelizing, ਜਦੋਂ ਤੁਸੀਂ ਸੁਸਮਾਚਾਰ ਲੈ ਕੇ ਸੜਕਾਂ ਤੇ you ਜਾਂਦੇ need ਹੋ to speak that you know what you're talking about. ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਕੀ ਅਧਿਕਾਰ ਹੈ ਉਹਨਾਂ ਨਾਲ You need ਗੱਲਬਾਤ to have ਕਰਨ ਦਾ। that confidence in yourself. ਤਾਂ ਤੁਹਾਡੇ ਆਪ ਦੇ ਅੰਦਰ ਆਤਮ ਵਿਸ਼ਵਾਸ ਹੋਣਾ ਚਾਹੀਦਾ Stand ਹੈ in front of the mirror and practice. ਔਰ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਤੇ ਪ੍ਰੈਕਟਿਸ ਕਰੋ। Practice karo. Yeah, talk to the mirror. Look at yourself. I have authority in Jesus. ਸ਼ੀਸ਼ੇ ਦੇ ਸਾਹਮਣੇ ਖੜੇ ਹੋ ਪ੍ਰੈਕਟਿਸ ਕਰੋ ਔਰ ਉਹਦੇ ਨਾਲ ਗੱਲਬਾਤ ਕਰੋ ਕਿ ਮੇਰੇ ਕੋਲ ਇਹ ਸਾਰੇ ਅਧਿਕਾਰ ਹੈਗੇ ਨੇ। Starting मैं ऐसा करता था. ਹਾਂ ਸ਼ੁਰੂ ਚ ਮੈਂ ਇਦਾਂ ਹੀ ਕਰਦਾ ਹੁੰਦਾ ਸੀ, फिर बढ़ जाता है. ਫਿਰ ਹੌਲੀ ਹੌਲੀ ਬਦਲ ਲੱਗ ਜਾਂਦਾ Yeah. ਹੈ। So this is important when you start to put that into practice. ਤਾਂ ਇਹ ਚੀਜ਼ਾਂ ਜ਼ਰੂਰੀ ਨੇ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਪ੍ਰੈਕਟਿਸ ਦੇ ਵਿੱਚ So ਪਾਈਏ। Jesus began to speak and the demons began to get scared. ਤਾਂ ਖੁਦਾ ਯਿਸੂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਔਰ ਜਿਹੜਾ ਦੁਸ਼ਟ ਆਤਮਾ ਸੀ ਉਹ ਡਰਨੀ ਸ਼ੁਰੂ ਹੋ ਗਈ। The demons are not scared of how big you are, how many muscles you have. They're not scared kitna degrees hai. They're not scared. They're scared of your authority in Jesus. ਆਮੀਨ ਆਮੀਨ। ਜਿਹੜਾ ਸ਼ੈਤਾਨ ਹੈ ਕੋਈ ਇਸ ਚੀਜ਼ ਤੋਂ ਨਹੀਂ ਡਰਦਾ ਤੁਸੀਂ ਕਿੰਨੇ ਕੁ ਉੱਚੇ ਹੋ, ਕਿੰਨੇ ਕੁ ਚੌੜੇ ਹੋ, ਕਿੰਨੇ ਕੁ ਤੁਹਾਡੇ ਮਸਲਸ ਨੇ। ਉਹ ਸਿਰਫ ਪਰਮੇਸ਼ਰ ਦੇ ਨਾਮ ਦੇ ਨਾਲ ਡਰਦਾ ਹੈ ਜਿਹੜੇ ਅਧਿਕਾਰ ਤੁਹਾਨੂੰ ਮਸੀਹ ਦੇ ਵਿੱਚ ਦਿੱਤੇ ਗਏ ਨੇ। Now you may have that authority, ਹੋ ਸਕਦਾ ਹੁਣ ਤੁਹਾਡੇ ਕੋਲ ਇਹ ਅਧਿਕਾਰ ਹੋਣ, but the secret is and the power is ਲੇਕਿਨ ਜੋ ਰਹੱਸ ਹੈ, ਜੋ ਤਾਕਤ ਹੈ, in the name of ਜੀਸਸ, ਉਹ ਸਿਰਫ ਖੁਦਾ Jesus. ਯਿਸੂ ਦੇ ਨਾਮ ਦੇ ਵਿੱਚ ਹੈਗੀ। You can take authority, but if you are just speaking it, I take authority over this situation. ਤਾਂ ਜੇਕਰ ਤੁਹਾਨੂੰ ਅਧਿਕਾਰ ਦਿੱਤੇ ਗਏ ਆ ਤੁਸੀਂ ਉਹਦੇ ਬਾਰੇ ਗੱਲਬਾਤ ਨਹੀਂ ਕਰਦੇ ਤਾਂ ਅਧਿਕਾਰ ਤੁਹਾਡੇ ਤੋਂ ਲੈ ਲਿੱਤੇ ਜਾਣਗੇ। No. If I speak and just say, I take authority over this situation, ਤਾਂ ਜੇ ਮੈਂ ਕਿਸੇ ਨਾਲ ਗੱਲਬਾਤ ਕਰਾਂ ਔਰ ਮੈਂ ਕਹਾਂ ਕਿ ਮੈਂ ਇਹ ਅਥਾਰਟੀ ਤੁਹਾਡੇ ਤੋਂ ਲੈ ਲੈਣਾ ਆ, nothing will happen. ਕੁਝ ਵੀ ਨਹੀਂ ਹੋਏਗਾ। But if I say, I take authority over this situation in the name of Jesus, ਜੇਕਰ ਮੈਂ ਨਾਰਮਲੀ ਕਹਾਂ ਕਿ ਮੇਰੇ ਕੋਲ ਇਹ ਅਧਿਕਾਰ ਨੇ ਤੇ ਮੈਂ ਉਸ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂ ਤਾਂ ਨਹੀਂ ਹੋਗਾ, ਲੇਕਿਨ ਜਦੋਂ ਮੈਂ ਖੁਦਾ ਯਿਸੂ ਦੇ ਨਾਮ ਦੇ ਵਿੱਚ ਉਸ ਅਥਾਰਟੀ ਨੂੰ ਲਵਾਂਗਾ ਤਾਂ ਉਹ ਕੰਮ ਹੋਣਗੇ। the Bible says ਬਾਈਬਲ ਕਹਿੰਦੀ ਹੈ that at the mention of the name of Jesus, ਤਾਂ ਹਰ ਇੱਕ ਚੀਜ਼ ਜਿਹੜੀ ਮੈਂਸ਼ਨ ਕੀਤੀ ਗਈ ਉਹ ਕਿਹਦੇ ਖੁਦਾ ਯਿਸੂ ਦੇ ਨਾਮ ਦੇ ਵਿੱਚ। every knee will bow, every tongue will confess ਹਾਂ, ਹਰ ਇੱਕ ਗੋਡਾ ਜਿਹੜਾ ਹੈ ਝੁਕੂਗਾ ਔਰ ਹਰ ਇੱਕ ਜ਼ੁਬਾਨ ਅੰਗੀਕਾਰ ਕਰੇਗੀ that Jesus Christ is Lord, ਤਾਂ ਜਿਹੜਾ ਖੁਦਾ ਯਿਸੂ ਹੈ ਉਹੀ ਪ੍ਰਭੂ ਹੈ, whether in heaven, on the earth, or under the earth. ਧਰਤੀ ਦੇ ਉੱਤੇ, ਸਵਰਗ ਦੇ ਉੱਤੇ, ਧਰਤੀ ਦੇ ਨੀਚੇ ਵੀ The name of Jesus. ਖੁਦਾ ਯਿਸੂ ਦਾ ਨਾਮ। The moment you say in the name of Jesus, ਜੋ ਸਮਾਂ ਜੋ ਤੁਸੀਂ ਕਹਿੰਦੇ ਹੋ ਕਿ ਖੁਦਾ ਯਿਸੂ ਦੇ ਨਾਮ ਦੇ ਵਿੱਚ, everything starts to back up. ਤਾਂ ਹਰ ਇੱਕ ਚੀਜ਼ ਜਿਹੜੀ ਹੈ ਪਿੱਛੇ ਹੋਣ ਲੱਗ ਜਾਂਦੀ ਹੈ। Amen. ਆਮੀਨ। When you are doing this practically every day, guys, sit down quiet. As you're doing that practically, you will see through experience. ਤਾਂ ਜਦੋਂ ਤੁਸੀਂ ਇਸ ਚੀਜ਼ ਨੂੰ ਪ੍ਰੈਕਟੀਕਲੀ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਐਕਸਪੀਰੀਅੰਸ ਦੇ ਰਾਹੀਂ ਸਿੱਖਣਾ ਵੀ ਸ਼ੁਰੂ ਕਰ So ਦਿੰਦੇ ਹੋ। this is where you need to put that into practice. ਤਾਂ ਇਸੇ ਕਰਕੇ ਤੁਹਾਨੂੰ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਪ੍ਰੈਕਟਿਸ ਦੇ ਵਿੱਚ ਕਰਨ ਦੀ। Because if you don't put it into practice, you're not going to learn. ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਨਹੀਂ ਕਰੋਗੇ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਿੱਖ ਵੀ ਨਹੀਂ ਪਾਓਗੇ। What was Jesus doing? ਪ੍ਰਭੂ ਯਿਸੂ ਕੀ ਕਰਦੇ ਨੇ? Everywhere he went, ਉਹ ਹਰ ਜਗ੍ਹਾ ਤੇ ਜਾਂਦੇ ਸੀਗੇ। what was he doing? ਕੀ ਉਹ ਕਰਦੇ ਹੁੰਦੇ He ਸੀ? was speaking in the authority that is in him. ਤਾਂ ਉਸ ਅਥਾਰਟੀ ਦੇ ਨਾਲ, ਉਸ ਅਧਿਕਾਰ ਦੇ ਨਾਲ ਗੱਲਬਾਤ ਕਰਦੇ ਸੀ ਜੋ ਉਹਨਾਂ ਦੇ ਅੰਦਰ ਸੀਗੀ। Every day the policeman that goes about, ਤਾਂ ਜਿਹੜਾ ਹਰ ਪੁਲਿਸ ਵਾਲਾ ਹਰ ਇੱਕ ਦਿਨ ਬਾਹਰ ਜਾਂਦਾ ਆ, they go out in that authority. ਉਹ ਆਪਣੇ ਅਧਿਕਾਰ ਦੇ ਨਾਲ ਬਾਹਰ ਜਾਂਦਾ ਆ। Yes, they operate in that authority. ਉਹ ਉਸ ਅਧਿਕਾਰ ਦੇ ਨਾਲ ਕੰਮ ਕਰਦਾ ਆ। They don't think आज मेरे पास authority है या नहीं है. ਉਹ ਇਹ They ਨਹੀਂ don't think. ਉਹ ਇਹ ਨਹੀਂ ਸੋਚਦਾ ਹੈਗਾ ਕਿ ਅੱਜ ਮੇਰੇ ਕੋਲ ਅਧਿਕਾਰ ਹੈਗਾ ਜਾਂ ਨਹੀਂ ਹੈਗਾ। It is there. ਉਹਦੇ ਕੋਲ ਹੈ ਪੁਲਿਸ Do ਵਾਲਾ। you think you have the authority every day? ਕਿ ਤੁਹਾਡੇ ਕੋਲ, ਤੁਸੀਂ ਸੋਚਦੇ ਹੋ ਤੁਹਾਡੇ ਸਾਰਿਆਂ ਕੋਲ ਅਧਿਕਾਰ ਹੈਗਾ ਹਰ Do you ਇੱਕ have ਦਿਨ? authority at night? ਕਿ ਤੁਹਾਡੇ ਕੋਲ ਅਧਿਕਾਰ ਹੈਗਾ? When you're sleeping, do you have authority? ਜੋ ਤੁਸੀਂ ਸੌਂਦੇ ਹੋ ਕਿ ਤੁਸੀਂ ਸੋਚਦੇ ਹੋ ਤੁਹਾਡੇ ਕੋਲ ਅਧਿਕਾਰ ਹੈਗਾ ਆ? Yes? You're sleeping. ਕਿ ਤੁਸੀਂ ਸੋ ਰਹੇ ਹੋ? Yes, you still have authority. ਹਾਂ, ਤੁਸੀਂ ਸੁੱਤੇ ਹੋ ਤਾਂ ਵੀ ਤੁਹਾਡੇ ਕੋਲ ਅਧਿਕਾਰ ਹੈਗਾ The ਆ। authority is inside you, young man, you said. ਅਧਿਕਾਰ ਅੰਦਰ ਆ, ਸਾਡੇ ਅੰਦਰ ਨੇ। It doesn't go out and come back. ਏਦਾਂ ਨਹੀਂ ਹੈਗਾ ਕਿ ਬਾਹਰ ਚਲੀ ਗਈ ਤੇ ਅੰਦਰ ਆ Ah, ਗਈ। it is there. ਉਹ ਅੰਦਰ ਹੈ ਸਾਡੇ। If you're sleeping and you're getting dreams, in the dreams also you have authority to say in the name of Jesus, stop. ਹਾਲੇਲੂਇਆ। Yeah. ਜਦੋਂ ਤੁਸੀਂ ਸੁੱਤੇ ਵੀ ਪਏ ਹੋ, ਤੁਸੀਂ ਸੁਪਨੇ ਵੀ ਦੇਖ ਰਹੇ ਹੋ, ਤਾਂ ਸੁਪਨੇ ਦੇ ਵਿੱਚ ਵੀ ਤੁਹਾਨੂੰ ਖੁਦਾ ਯਿਸੂ ਦੇ ਨਾਮ ਦੇ ਵਿੱਚ ਹਰ ਇੱਕ ਅਥਾਰਟੀ ਦਿੱਤੀ ਗਈ ਹੈਗੀ। Yes. So every time of the day, that authority is in operation in you. ਤਾਂ ਹਰ ਇੱਕ ਦਿਨ ਜੋ ਅਧਿਕਾਰ ਦਿੱਤਾ ਹੈਗਾ ਉਹਨੂੰ ਕੀ ਹੈ, ਪ੍ਰੈਕਟੀਕਲੀ ਉਹਨੂੰ ਕਰਨ ਦੀ ਜ਼ਰੂਰਤ ਹੈਗੀ। Yes. So no matter what situation is there, ਤਾਂ ਇਹ ਨਹੀਂ ਮੈਟਰ ਕਰਦਾ ਹੈ, ਇਹ ਨਹੀਂ ਮੁੱਦਾ ਹੈਗਾ ਕਿ ਹਾਲਾਤ ਕਿੱਦਾਂ ਦੇ ਨੇਗੇ। when you are sick, ਜੋ ਤੁਸੀਂ ਬਿਮਾਰ ਹੋ you have the authority ਤੁਹਾਡੇ ਕੋਲ ਅਧਿਕਾਰ ਹੈ to speak to sickness. ਤਾਂ ਤੁਹਾਡੀ ਬਿਮਾਰੀ ਦੇ ਨਾਲ Let ਬੋਲੋ। us read the scripture so you ਤਾਂ can ਅਸੀਂ ਵਚਨ understand. ਪੜਾਂਗੇ। If you look at the scripture of Matthew, ਆਪਾਂ ਮਤੀ ਦਾ ਵਚਨ ਦੇਖਾਂਗੇ। let's do one, Mark chapter 16 verse
16, chapter 16, verse 17 and 18. ਮਰਕੁਸ ਦਾ 16ਵਾਂ Yeah. ਵਚਨ Mark 17 or 18 16, verse 17 to 17ਵਾਂ 18. 18ਵਾਂ ਵਚਨ Yeah. Authority to heal the sick. This is the scripture that I'm reading. मरकुस 16वां तो 17वां Yeah. विश्वास करने वाले में ये चिन्ह होंगे कि वे मेरे नाम से दुष्ट आत्माओं को निकालेंगे, नई नई भाषाएं बोलेंगे, सांपों को उठा लेंगे, और यदि वे प्राण नाशक वस्तु भी पिए तो भी उनकी कुछ हानि ना होगी। वे बीमारों पर हाथ रखेंगे और वे चंगे हो जाएंगे। बीमारी के हाथ रखेंगे और क्या होगा? चंगे हो जाएंगे। So he has given you authority to lay hands on the sick and they will be healed. ਤਾਂ ਪਰਮੇਸ਼ਰ ਨੇ ਤੁਹਾਨੂੰ ਅਧਿਕਾਰ ਦਿੱਤਾ ਹੈ ਕਿ ਤੁਸੀਂ ਬਿਮਾਰ ਲੋਕਾਂ ਦੇ ਉੱਤੇ ਹੱਥ ਰੱਖੋਗੇ ਤੇ ਉਹ ਠੀਕ ਹੋ ਜਾਣਗੇ। This authority is not from men. ਇਹ ਅਧਿਕਾਰ ਜਿਹੜਾ ਹੈਗਾ ਇਨਸਾਨ ਵੱਲੋਂ ਨਹੀਂ ਹੈਗਾ। This man authority is given by Jesus to you, everyone. ਤਾਂ ਇਹ ਸਾਰਾ ਅਧਿਕਾਰ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਖੁਦਾ ਯਿਸੂ ਵੱਲੋਂ ਦਿੱਤਾ ਗਿਆ ਆ। Yeah, man. How many of you believe that you have this authority? ਤੁਹਾਡੇ ਚ ਕੌਣ-ਕੌਣ ਵਿਸ਼ਵਾਸ ਕਰਦਾ ਹੈ ਕਿ ਤੁਹਾਡੇ ਕੋਲ ਸਾਰੇ ਅਧਿਕਾਰ ਹੈਗੇ ਨੇ? So start to operate in it. ਤਾਂ ਸ਼ੁਰੂ ਕਰੋ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਇਹਨਾਂ ਦੇ ਉੱਤੇ ਕੰਮ ਕਰਨਾ। Next one, first one I'll read was he gave you authority to heal the sick first. ਤਾਂ ਪਹਿਲੇ ਅਧਿਕਾਰ ਜੋ ਦਿੱਤਾ ਗਿਆ ਹੈਗਾ ਚੰਗਿਆਈ ਕਰਨੀ ਲੋਕਾਂ ਦੀ। He gave you authority over evil spirits. That's what we read first one. ਤਾਂ ਜਿਹੜੇ ਦੂਜਾ ਅਧਿਕਾਰ ਤੁਹਾਨੂੰ ਦਿੱਤਾ ਗਿਆ ਹੈ ਦੁਸ਼ਟ ਆਤਮਾਵਾਂ ਦੇ ਉੱਤੇ ਜਿਹਦੇ ਬਾਰੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। The next one is he given you authority to speak the gospel, to declare the gospel. ਤਾਂ ਜਿਹੜਾ ਤੀਜਾ ਅਧਿਕਾਰ ਸਾਨੂੰ ਦਿੱਤਾ ਗਿਆ ਕਿ ਕਿਸੇ ਬਾਹਰ ਜਾ ਕੇ ਪਰਮੇਸ਼ਰ ਦਾ ਸੁਸਮਾਚਾਰ ਲੋਕਾਂ ਤੱਕ ਸੁਣਾਈਏ। People think I don't have any power to do it, but Jesus said I've given you that authority. ਲੋਕ ਸੋਚਦੇ ਨੇ ਕਿ ਮੇਰੇ ਕੋਲ ਕੋਈ ਅਧਿਕਾਰ ਨਹੀਂ ਹੈਗਾ, ਕੋਈ ਤਾਕਤ ਨਹੀਂ ਹੈਗੀ, ਲੇਕਿਨ ਬਚਨ ਦੇ ਵਿੱਚ ਖੁਦਾ ਯਿਸੂ ਨੇ ਕਿਹਾ ਕਿ ਮੈਂ ਤੁਹਾਨੂੰ ਆਹ ਅਧਿਕਾਰ ਦਿੱਤੇ ਨੇ। Matthew 28 verse 18. ਮਤੀ ਦੇ 28ਵੇਂ ਚੈਪਟਰ ਦੇ 18ਵਾਂ Jesus said to his disciples, ਖੁਦਾ ਯਿਸੂ ਨੇ ਆਪਣੇ ਚੇਲਿਆਂ ਨੂੰ ਕਹਾ ਕਿ all, not little, all authority in heaven and on earth has been given to me. ਆਮੀਨ। ਤਾਂ ਪਰਮੇਸ਼ਰ ਨੇ ਕਿਹਾ ਕਿ ਧਰਤੀ ਤੇ ਸਵਰਗ ਦੇ ਉੱਤੇ ਜਿੰਨੀਆਂ ਵੀ ਤਾਕਤਾਂ ਨੇ, ਜਿੰਨੇ ਅਧਿਕਾਰ ਨੇ ਉਹ ਮੈਨੂੰ ਦਿੱਤੇ ਗਏ ਨੇ। So now he says, therefore go ਇਸੇ ਕਰਕੇ ਪਰਮੇਸ਼ਰ ਨੇ ਕਿਹਾ ਕਿ ਜਾਓ and make disciples of all nations, ਔਰ ਸਾਰੇ ਰਾਸ਼ਟਰਾਂ ਦੇ ਵਿੱਚ ਜਾ ਕੇ ਚੇਲੇ ਬਣਾਓ, baptizing them in the name of the Father and the Son and the Holy Spirit. ਔਰ ਉਹਨਾਂ ਨੂੰ ਬਪਤਿਸਮਾ ਦਿਓ ਬਾਪ, ਬੇਟਾ ਔਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ। So he's given you authority to go out. So the people that are going out evangelism, you need to go out with power, believing that what God has placed in you, you can put it into practice. ਆਮੀਨ। ਤਾਂ ਸੋ ਪਰਮੇਸ਼ਰ ਨੇ ਵਚਨ ਦੇ ਵਿੱਚ ਸਾਨੂੰ ਦੱਸਿਆ ਕਿ ਸਾਨੂੰ ਇਹ ਅਧਿਕਾਰ ਦਿੱਤੇ ਗਏ ਨੇ। ਜੋ ਭੈਣ ਭਰਾ ਬਾਹਰ ਖੁਦਾ ਦਾ ਸਮਾਚਾਰ ਸੁਸਮਾਚਾਰ ਲੈ ਕੇ ਜਾਂਦੇ ਨੇ ਤਾਂ ਤੁਸੀਂ ਅਧਿਕਾਰ ਦੇ ਨਾਲ ਜਾਓ ਕਿ ਤੁਹਾਨੂੰ ਸੁਸਮਾਚਾਰ ਦਿੱਤਾ ਗਿਆ, ਤੁਸੀਂ ਹਰ ਇੱਕ ਚੀਜ਼ ਨੂੰ ਡੀਲ ਕਰ ਸਕਦੇ। So when you go out evangelizing, don't be afraid. Just speak and leave it. Don't worry. Oh, nahi sun raha hai. Just speak, leave it with them. ਜਦੋਂ ਵੀ ਤੁਸੀਂ ਸੁਸਮਾਚਾਰ ਲੈ ਕੇ ਜਾਓ ਇਸ ਗੱਲ ਬਾਰੇ ਨਾ ਸੋਚੋ ਕਿ ਉਹਨੇ ਸੁਣਿਆ ਕਿ ਨਹੀਂ ਸੁਣਿਆ। ਅਧਿਕਾਰ ਦੇ ਨਾਲ ਜਿਹੜਾ ਵਚਨ ਹੈ ਆਪਣੀ ਜ਼ੁਬਾਨ ਨੂੰ ਯੂਜ਼ ਕਰੋ ਤੇ ਉਹਨਾਂ ਨੂੰ ਸੁਣਾਓ। The next point is he gives us authority to forgive sin. ਤਾਂ ਅਗਲਾ ਜੋ ਅਧਿਕਾਰ ਹੈਗਾ ਸਾਨੂੰ ਦਿੱਤਾ ਗਿਆ ਕਿ ਗੁਨਾਹਾਂ ਨੂੰ ਮਾਫ ਕਰਨ ਦਾ। Let's read John chapter 20 verse 23. ਯਹੋਨਾ ਦੀ ਬੁੱਕ ਦੇ ਵਿੱਚ ਆਪਾਂ ਪੜਾਂਗੇ 20 verse 23. 20ਵਾਂ ਚੈਪਟਰ 23. और 23वीं आयत। यूहन्ना 20:23। यह कहकर उसने उन पर फूंका और उनसे कहा, पवित्र आत्मा जिनके पाप तुम क्षमा करो, मैं उनके लिए क्षमा किए गए हैं, जिनके तुम रखो वे रखे गए हैं। हालेलुया। Amen. He says, if you forgive their sins, ਤਾਂ ਪਰਮੇਸ਼ਰ ਨੇ ਕਿਹਾ if you forgive their sins, ਜੇਕਰ ਤੁਸੀਂ ਉਹਨਾਂ ਦੇ ਗੁਨਾਹ ਨੂੰ ਮਾਫ ਕਰੋਗੇ, yeah, if you forgive their sins, ਜੇਕਰ what will happen? ਕੀ ਹੋਏਗਾ? What will happen? ਕੀ ਹੋਏਗਾ? ਬੋਲੋ। What will happen? ਕੀ ਹੋਏਗਾ? ਮਾਫ ਹੋ ਜਾਣਗੇ। Your sins will be forgiven. ਤਾਂ ਤੁਹਾਡੇ ਮਾਂ-ਬਾਪ ਜਿਹੜੇ ਉਹ ਵੀ ਮਾਫ ਕਰ ਦਿੱਤੇ So ਜਾਣਗੇ। Jesus is telling us to forgive people. ਤਾਂ ਖੁਦਾ ਯਿਸੂ ਸਾਨੂੰ ਕਹਿ ਰਿਹਾ ਹੈ ਕਿ ਲੋਕਾਂ ਦੇ ਪਾਪਾਂ ਨੂੰ ਮਾਫ ਕਰ ਦਿਓ। He says, if you do not forgive them, ਖੁਦਾ ਯਿਸੂ ਨੇ ਕਿਹਾ ਕਿ ਜੇਕਰ ਤੁਸੀਂ ਉਹਨਾਂ ਦੇ ਪਾਪਾਂ ਨੂੰ ਮਾਫ ਨਹੀਂ ਕਰੋਗੇ they will not be forgiven. ਤਾਂ ਤੁਸੀਂ ਵੀ ਮਾਫ ਨਹੀਂ ਕੀਤੇ ਜਾਓਗੇ। So if Pooja has caused any problem for me ਜੇਕਰ ਮੈਂ ਪਾਸਟਰ ਜੀ ਲਈ ਕੋਈ ਪ੍ਰੋਬਲਮ ਕ੍ਰੀਏਟ ਕਰਾਂ, and I don't forgive her, ਜੇ ਮੈਨੂੰ ਮਾਫ ਨਾ ਕਰਨ, she won't be forgiven. ਤਾਂ ਇਹ ਵੀ ਮਾਫ ਨਹੀਂ ਕੀਤੀ ਜਾਏਗੀ। So who will I have to answer to? ਤਾਂ ਆਨਸਰ ਕਿਹਨੂੰ ਦੇਣਾ ਪੈਣਾ ਹੈ? To God. ਪਰਮੇਸ਼ਵਰ ਨੂੰ। He says, I told you to do that. ਤਾਂ ਪਰਮੇਸ਼ਵਰ ਨੇ ਕਹਿਣਾ ਕਿ ਮੈਂ ਬਚਨਾ ਤੁਹਾਨੂੰ ਕਿਹਾ ਸੀ ਕੰਮ ਕਰਨ ਨੂੰ। If I don't do it, I'm in disobedience to His word. ਜੇ ਮੈਂ ਇਸ ਕੰਮ ਨੂੰ ਨਹੀਂ ਕਰ ਰਿਹਾ ਤਾਂ ਮਤਲਬ ਇਹ ਹੈ ਕਿ ਮੈਂ ਪਰਮੇਸ਼ਵਰ ਦੀ ਜਿਹੜੀ ਕੀ ਹੈ ਗੱਲ ਨੂੰ ਨਹੀਂ ਮੰਨ ਰਿਹਾ। Amen. ਆਮੀਨ। So He has given us all these authorities how to use in our life.
ਤਾਂ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤੇ ਨੇ, ਹਰ ਇੱਕ ਅਧਿਕਾਰ ਕਿਸੇ ਜ਼ਿੰਦਗੀ 'ਚ ਕਿਵੇਂ ਕਿਸ ਚੀਜ਼ ਨਾਲ ਡੀਲ ਕਰਨਾ ਆ। The most important one that we use today in our lives is when it comes to demonic spirits. ਤਾਂ ਅੱਜ ਦੇ ਸਮੇਂ ਦੇ ਉੱਤੇ ਜੋ ਸਭ ਤੋਂ ਜ਼ਰੂਰੀ ਹੈ, ਜਿਹੜੀ ਚੀਜ਼ ਨਾਲ ਸਾਨੂੰ ਡੀਲ ਕਰਨ ਦੀ ਜ਼ਰੂਰਤ ਹੈ, ਉਹ ਹੈਗੀ ਦੁਸ਼ਟ ਆਤਮਾਵਾਂ। What do they do? ਕੀ ਉਹ Why does it play a big role? ਕਿਉਂ ਉਹ ਵੱਡਾ ਰੋਲ ਨਿਭਾ ਪਾ ਰਹੀਆਂ? Because he is the one that causes all the problems. ਕਿਉਂਕਿ ਉਹ ਤਾਕਤਾਂ ਨੇ ਜਿਹੜੀਆਂ ਹਰ ਇੱਕ ਤਰ੍ਹਾਂ ਦੀ ਸਮੱਸਿਆ ਨੂੰ ਪੈਦਾ ਕਰਦੀਆਂ। He causes all sicknesses, ਉਹ ਹਰ ਇੱਕ ਤਰ੍ਹਾਂ ਦੀ ਬਿਮਾਰੀ ਨੂੰ ਪੈਦਾ ਕਰਦੀਆਂ, fights, ਲੜਾਈਆਂ, unforgiveness. Everything is caused ਕਿਸੇ by ਨੂੰ ਮਾਫ him. ਨਾ ਕਰਨਾ, ਕੋਈ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਉਹ ਦੁਸ਼ਟ ਆਤਮਾਵਾਂ ਦੁਆਰਾ ਪੈਦਾ It's ਕੀਤੀ ਜਾਂਦੀ caused ਹੈ, by him. ਇਹਨਾਂ ਦੁਆਰਾ ਪੈਦਾ ਕੀਤੀ ਜਾਂਦੀ ਹੈ। So when you are addressing these things, ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਸੰਬੋਧਨ ਕਰਦੇ ਹੋ, you cannot talk to them. ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ, They won't listen to you ਉਹ ਤੁਹਾਨੂੰ ਨਹੀਂ ਸੁਣਨਗੀਆਂ, because they don't care. ਕਿਉਂਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ। But when you take that authority ਜੇਕਰ ਜੇ ਤੁਸੀਂ ਅਧਿਕਾਰ ਦੇ ਨਾਲ ਗੱਲ ਕਰਦੇ ਹੋ in the name of Jesus ਉਹਦੇ ਯਿਸੂ ਦੇ ਨਾਮ ਦੇ ਵਿੱਚ, and say, I command you, ਤੇ ਜੇਕਰ ਤੁਸੀਂ ਕਹਿੰਦੇ ਹੋ ਮੈਂ ਤੈਨੂੰ ਹੁਕਮ Go. ਦਿੰਦਾ ਆ, go, ਗੋ ਜਾ, leave them, ਉਹਨੂੰ ਛੱਡੇ, set them free, ਉਹਨੂੰ ਮਾਫ, ਉਹਨੂੰ free deliver ਕਰ, them, ਉਹਨੂੰ ਆਜ਼ਾਦ ਕਰ, what will happen? ਕੀ ਹੋਏਗਾ? What will happen? ਕੀ ਹੋਏਗਾ? It happens. ਇਹ ਹੋ ਜਾਏਗਾ। Today's world, most of the time, are caused by these issues. ਤਾਂ ਅੱਜ ਸੰਸਾਰ ਜਿਹੜਾ ਹੈਗਾ ਜ਼ਿਆਦਾਤਰ ਇਹ ਸਾਰੀ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈਗਾ। That's why we have to know how to use it. We have to judge the situation. ਤਾਂ ਸਾਨੂੰ ਐਸੀ ਕਰਕੇ ਪਤਾ ਹੋਣਾ ਚਾਹੀਦਾ ਕਿ ਸਾਡੇ ਅਧਿਕਾਰ ਕੀ ਔਰ ਅਸੀਂ ਸਿਚੁਏਸ਼ਨ ਨੂੰ ਕਿੱਦਾਂ ਜੱਜ ਕਰਨਾ। Not every sickness is caused by demonic spirits. ਹਰ ਜਿਹੜੀ ਬਿਮਾਰੀ ਹੁੰਦੀ ਹੈ ਹਰ ਦੁਸ਼ਟ ਆਤਮਾਵਾਂ ਦੁਆਰਾ ਨਹੀਂ ਹੁੰਦੀ। Sometimes most of them are. ਕਦੀ ਕਦੀ ਕੀ ਹੁੰਦੀ ਹੈਗੀ, ਅਸੀਂ ਆਪ ਹੀ ਹੁੰਨੇ ਆ। What happened? Why you left your seat? Why you gone here? You're supposed to be sitting here. You okay? Good. I want the children to get this. Don't disappear. I said I have to tie you to the chair. Good. Okay. This is important for you to understand. ਤਾਂ ਸਾਡੇ ਲਈ ਜ਼ਰੂਰੀ ਹੈ ਚੀਜ਼ਾਂ ਨੂੰ ਸਮਝਣਾ। When you go and sit at the back, ਜੇ ਤੁਸੀਂ ਪਿੱਛੇ ਜਾ ਕੇ ਬੈਠ ਜਾਓਗੇ you're getting distracted. ਤੁਸੀਂ ਡਿਸਟਰੈਕਟ ਹੋਗੇ। Yeah? So parents, make sure we're getting the children to sit in the front. Be firm with them. Use your authority as parents. ਤਾਂ ਪੈਰੈਂਟਸ ਨੂੰ ਇਹ ਸਮਝਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਮੂਹਰੇ ਬਿਠਾ ਤੇ ਜਿਹੜੇ ਹਾਂ। ਅਧਿਕਾਰ ਹੈ ਤੁਹਾਨੂੰ ਪੈਰੈਂਟਸ ਹੋਣ ਦਾ, ਉਸ ਅਧਿਕਾਰ ਨੂੰ ਬੱਚਿਆਂ ਦੇ ਨਾਲ ਯੂਜ਼ ਕਰੋ। We are talking about authority. Start to use it, ਤਾਂ ਤੁਹਾਡੇ ਨਾਲ ਜਿਹੜੇ ਅਧਿਕਾਰਾਂ ਬਾਰੇ ਗੱਲ ਹੋਈ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰੋ। but not in the wrong way, in the right way. ਗਲਤ ਤਰੀਕੇ ਦੇ ਨਾਲ ਨਹੀਂ, ਇੱਕ ਸਹੀ ਤਰੀਕੇ ਦੇ ਨਾਲ। Amen. ਆਮੀਨ। So when you come across a situation in your life, ਜਦੋਂ ਤੁਸੀਂ ਏਦਾਂ ਦੇ ਹਾਲਾਤਾਂ ਦੇ ਵਿੱਚ ਨੂੰ ਫੇਸ ਕਰਦੇ ਹੋਗੇ, sometimes it could be a health problems. ਸਭ ਕਦੀ-ਕਦੀ ਸਾਨੂੰ ਹੈਲਥ ਦੀ ਸਮੱਸਿਆਵਾਂ You need ਹੁੰਦੀਆਂ। to know what is the problem. ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਮੱਸਿਆ ਕੀ ਹੈ। If it is caused by something, ਜੇ ਇਹ ਕਿਸ ਚੀਜ਼ ਦੇ ਦੁਆਰਾ ਜੇ ਹੋਈ ਹੈ, take that authority ਅਧਿਕਾਰ ਨੂੰ ਲਓ in the name of Jesus. ਖੁਦਾ ਯਿਸੂ ਦੇ ਨਾਮ ਦੇ ਵਿੱਚ, Speak to your body. ਔਰ ਆਪਣੇ ਸਰੀਰ ਨਾਲ ਗੱਲ ਕਰੋ। Tell your body ਆਪਣੇ ਸਰੀਰ ਨੂੰ ਦੱਸੋ in the name of Jesus. ਖੁਦਾ ਯਿਸੂ ਦੇ ਨਾਮ ਦੇ ਵਿੱਚ I declare ਮੈਂ ਘੋਸ਼ਣਾ ਕਰਦਾ ਹਾਂ my body ਮੇਰਾ ਸਰੀਰ healed. ਠੀਕ ਹੋ ਜਾਏ। I forbid any wrong that is inside. ਜੋ ਹਰ ਇੱਕ ਚੀਜ਼ ਇਹਦੇ ਵਿੱਚ ਗਲਤ ਹੈ ਉਹਨੂੰ ਮੈਂ ਮਾਫ ਕਰਦਾ ਹਾਂ। It's Nakarda. nakarda. It is illegal in my body. ਜੋ ਵੀ ਚੀਜ਼ਾਂ ਮੇਰੇ ਸਰੀਰ 'ਚ ਸਹੀ ਨਹੀਂ ਹੈਗੀਆਂ, God has not put sickness in people. ਪਰਮੇਸ਼ਰ ਨੇ ਜਿਹੜੀ ਬਿਮਾਰੀ ਲੋਕਾਂ ਦੇ ਵਿੱਚ ਨਹੀਂ ਪਾਈਆਂ। Who puts the sickness sometimes? ਕਿਹਨੇ ਪਾਈਆਂ ਬਿਮਾਰੀਆਂ ਲੋਕਾਂ ਦੇ ਸਰੀਰ 'ਚ? Sometimes the devil will put it. ਹਾਂ, ਕਦੀ-ਕਦੀ ਸ਼ੈਤਾਨ ਪਾਉਂਦਾ ਆ, Sometimes it's caused by us, people ਕਦੀ-ਕਦੀ like ਸਾਡੇ us. ਆਪਣੇ ਆਪ ਦੁਆਰਾ ਇਹ ਬਿਮਾਰੀਆਂ ਹੋ ਜਾਂਦੀਆਂ If ਨੇ। you're eating all the wrong food, ਜੇਕਰ ਤੁਸੀਂ ਸਾਰਾ ਦਿਨ ਗਲਤ ਚੀਜ਼ਾਂ ਹੀ ਖਾਂਦੇ ਰਹਿੰਦੇ ਹੋ, you will become sick. ਤੁਸੀਂ ਬਿਮਾਰ ਹੋ ਜਾਓਗੇ। Yes? ਸਹੀ ਹੈ? You can't blame the devil then. ਤੁਸੀਂ ਸ਼ੈਤਾਨ ਨੂੰ ਬਲੇਮ ਨਹੀਂ ਕਰ ਸਕਦੇ ਇਸ You have ਚੀਜ਼ to ਲਈ। check your diet. ਤੁਹਾਨੂੰ ਆਪਣੀ ਡਾਈਟ ਚੈੱਕ ਕਰਨ ਦੀ If ਜ਼ਰੂਰਤ you're ਹੈ। drinking a lot of alcohol, ਜੇ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀ ਰਹੇ ਹੋਗੇ, you can't blame the devil. ਤੁਸੀਂ ਸ਼ੈਤਾਨ ਨੂੰ ਬਲੇਮ ਨਹੀਂ ਕਰ ਸਕਦੇ। You can't blame him. ਤੁਸੀਂ ਨਹੀਂ ਕਰ ਸਕਦੇ It's you who's drinking it. ਜੇਕਰ ਤੁਸੀਂ ਇਹਨੂੰ ਜ਼ਿਆਦਾ ਪੀ ਰਹੇ ਹੋ। Satan is not opening your mouth and putting it inside. ਸ਼ੈਤਾਨ ਨੇ ਤੁਹਾਡਾ ਮੂੰਹ ਨਹੀਂ ਖੋਲਿਆ ਤਾਂ ਉਹਦੇ ਵਿੱਚ ਸ਼ਰਾਬ ਪਾ ਦਿੱਤੀ। You're picking the bottle, you're drinking. ਤੁਸੀਂ ਬੋਤਲ ਚੱਕੀ ਤੇ ਤੁਸੀਂ ਉਹਨੂੰ ਪੀਤਾ ਆ। So you need to get that right. ਤਾਂ ਤੁਹਾਨੂੰ ਚੀਜ਼ਾਂ ਸਹੀ ਕਰਨ ਦੀ ਜ਼ਰੂਰਤ ਹੈ। So you need to speak to your body. ਤਾਂ ਤੁਹਾਨੂੰ ਆਪਣੇ ਸਰੀਰ ਨਾਲ ਗੱਲ ਕਰਨ ਦੀ ਲੋੜ This ਹੈ। body is a temple of the Holy Spirit. ਇਹ ਜਿਹੜਾ ਸਰੀਰ ਹੈ ਖੁਦਾ ਯਿਸੂ ਦਾ ਮੰਦਿਰ ਹੈ। It does not want alcohol. ਉਹ ਨਹੀਂ ਚਾਹੁੰਦਾ ਸ਼ਰਾਬ, It wants the word of God. ਉਹ ਪਰਮੇਸ਼ਰ ਦਾ ਵਚਨ ਚਾਹੁੰਦਾ ਆ। So speak the word of God into your body. ਔਰ ਪਰਮੇਸ਼ਰ ਦੇ ਵਚਨ ਨੂੰ ਬੋਲੋ ਤੇ ਆਪਣੇ ਅੰਦਰ ਲੈ ਜਾਓ। The word of God will start to heal your body. ਜਿਹੜਾ ਪਰਮੇਸ਼ਰ ਦਾ ਵਚਨ ਹੈ ਤੁਹਾਡੇ ਸਰੀਰ ਨੂੰ ਠੀਕ ਕਰਨਾ ਸ਼ੁਰੂ ਕਰ ਦੇਗਾ। You understand? ਸਮਝ ਰਹੇ ਹੋ? Because when you learn to do that yourself, ਜਦੋਂ ਤੁਸੀਂ ਇਹ ਚੀਜ਼ਾਂ ਆਪਣੇ ਨਾਲ ਕਰਨਾ ਸਿੱਖ ਜਾਂਦੇ ਹੋ, then you are ready to pray for somebody else. ਤਾਂ ਤੁਸੀਂ ਦੂਜਿਆਂ ਲਈ ਵੀ ਪ੍ਰਾਰਥਨਾ ਕਰਨ ਦੇ ਲਾਇਕ ਬਣ ਜਾਂਦੇ ਹੋ। But if you don't know how to do for yourself, how are you going to pray for somebody ਜਦੋਂ else? ਤੁਸੀਂ ਆਪਣੇ ਆਪ ਨਾਲ ਡੀਲ ਨਹੀਂ ਕਰ ਪਾਓਗੇ ਤਾਂ ਤੁਸੀਂ ਦੂਜਿਆਂ ਨਾਲ ਡੀਲ ਕਿੱਦਾਂ ਕਰ ਸਕੋਗੇ? So we have to learn to practice it on ourselves. ਤਾਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰੀਏ। Practice it at home. ਘਰੇ ਆਪਣੇ ਪ੍ਰੈਕਟਿਸ ਕਰੀਏ। Same thing also
when we talk about children, at home we need to teach them at home. So when they come to church, they know what they have to do at home. ਤਾਂ At ਇਹ church. ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ, ਜਿਵੇਂ ਘਰੇ ਬੱਚਿਆਂ ਦੇ ਨਾਲ ਜੋ ਪ੍ਰੈਕਟਿਸ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਕਰੀਏ, ਤਾਂ ਕਿ ਜਦੋਂ ਚਰਚ ਦੇ ਵਿੱਚ ਆਣ ਤਾਂ ਇਦਾਂ ਮੈਸ ਅਪ ਨਾ ਕਰਨ, ਉਹ ਚੀਜ਼ਾਂ ਨੂੰ ਸਿੱਖਣ ਤੇ ਸਹੀ ਤਰੀਕੇ ਦੇ ਨਾਲ ਇੱਥੇ ਬੈਠਣ। If you don't teach them at home, they will do the same thing in church. ਜੇਕਰ ਤੁਸੀਂ ਘਰ ਦੇ ਵਿੱਚ ਇਹਨਾਂ ਨੂੰ ਨਹੀਂ ਸਿਖਾਓਗੇ ਤਾਂ ਸੇਮ ਚੀਜ਼ਾਂ ਚਰਚ ਦੇ ਵਿੱਚ ਵੀ So ਕਰਨਗੇ। whose fault is it? Not the children's fault, it's the parents' fault. ਤਾਂ ਕਿਹਦਾ ਦੋਸ਼ ਹੈ? ਬੱਚਿਆਂ ਦਾ ਦੋਸ਼ ਨਹੀਂ ਹੈਗਾ, ਮਾਪਿਓ ਦਾ ਦੋਸ਼ ਹੈ। God has given you authority to do the things. ਤਾਂ ਪਰਮੇਸ਼ਰ ਨੇ ਤੁਹਾਨੂੰ ਅਧਿਕਾਰ ਦਿੱਤਾ ਹੈ, But if you are not doing it, ਲੇਕਿਨ ਜੇਕਰ ਤੁਸੀਂ ਨਹੀਂ ਕਰ ਰਹੇ, whose fault is it? ਕਿਹਦਾ ਦੋਸ਼ ਹੈ ਇਹ? Whose fault? ਕਿਹਦਾ ਦੋਸ਼ It's ਹੈ? your fault. ਤੁਹਾਡਾ ਕਸੂਰ ਹੈ। Say it. Amen. ਆਮੀਨ। So understand everything that you do. ਤਾਂ ਹਰ ਇੱਕ ਚੀਜ਼ ਨੂੰ ਸਮਝੋ ਜੋ ਤੁਸੀਂ ਕਰ ਰਹੇ ਹੋ। If you're a young girl, ਜੇਕਰ ਤੁਸੀਂ ਇੱਕ ਜਵਾਨ ਕੁੜੀ ਹੋ, if you're the way you're dressing, ਉਹ ਤੁਹਾਡਾ ਕੱਪੜੇ ਪਾਉਣ ਦਾ ਤਰੀਕਾ ਕੀ ਹੈ, ਉਹ all boys are looking at the young girls. ਤਾਂ ਉਹ ਜੋ ਕੱਪੜੇ ਪਾਉਣ ਦਾ ਤਰੀਕਾ ਹੋਗਾ ਤਾਂ ਉਹ ਸਾਰੇ ਮੁੰਡੇ And all the young girls are looking at the young boys. ਤਾਂ ਜਿਹੜੇ ਯੰਗ ਕੁੜੀਆਂ ਫਿਰ ਯੰਗ ਮੁੰਡਿਆਂ ਦਾ ਨਹੀਂ ਦੇਖਣਗੇ। So how you dress, ਤਾਂ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਦਾਂ ਦੇ ਕੱਪੜੇ ਪਾਉਂਦੇ ਹੋ, whether you attract the wrong men or the right men. ਕਿ ਤੁਸੀਂ ਇੱਕ ਚੰਗੇ ਇਨਸਾਨ ਨੂੰ ਅਟਰੈਕਟ ਕਰ ਰਹੇ ਹੋ ਕਿ ਇੱਕ ਬੁਰੇ ਇਨਸਾਨ ਨੂੰ ਅਟਰੈਕਟ If ਕਰ your ਰਹੇ ਹੋ। dressing is not right, ਜੇ ਤੁਹਾਡੇ ਕੱਪੜੇ ਪਹਿਨ ਦਾ ਪਹਿਰਾਵਾ ਸਹੀ you ਨਹੀਂ will ਹੈ you will attract who? ਤਾਂ ਤੁਸੀਂ ਕਿਹਨੂੰ ਅਟਰੈਕਟ ਕਰੋਗੇ? The wrong people. ਗਲਤ ਲੋਕਾਂ ਨੂੰ। Same thing. ਉਸੇ ਤਰ੍ਹਾਂ If you're not spiritually, if you're not reading your word, ਜੇ ਉਸੇ ਤਰ੍ਹਾਂ ਜੇ ਤੁਸੀਂ ਆਤਮਿਕ ਤੌਰ ਤੇ ਆਪਣੇ ਵਚਨਾਂ ਨੂੰ ਨਹੀਂ ਪੜ੍ਹ the ਰਹੇ, word is not inside of you. ਤੁਹਾਡੇ ਅੰਦਰ ਪਰਮੇਸ਼ਰ ਦਾ ਵਚਨ ਨਹੀਂ ਹੈਗਾ, Who is going inside of you then? ਫਿਰ ਤੁਹਾਡੇ ਅੰਦਰ ਕੌਣ ਚਲਾ ਜਾਊਗਾ? Somebody wants to go in. ਕੌਣ ਅੰਦਰ ਜਾਣਾ The ਚਾਹੁੰਦਾ ਹੈ? Holy Spirit wants to be in you. ਪਵਿੱਤਰ ਆਤਮਾ ਸਾਡੇ ਅੰਦਰ ਜਾਣਾ ਚਾਹੁੰਦਾ ਹੈ, But if you are neglecting Him, ਲੇਕਿਨ ਜੇਕਰ ਅਸੀਂ ਉਹਨੂੰ ਨਕਾਰ ਰਹੇ ਹਾਂ the other evil spirits, ਤਾਂ ਹੋਰ ਜਿਹੜੀ ਦੁਸ਼ਟ ਆਤਮਾ they ਹੈ are waiting to find a chance to get there. ਉਹ ਪਹਿਲਾਂ ਹੀ ਮੌਕਾ ਲੱਭ ਰਹੀ ਹੈ ਸਾਡੇ ਅੰਦਰ ਆਉਣ ਦਾ। Now, whose fault is that? ਹੁਣ ਕਿਹਦਾ ਕਸੂਰ ਹੈ ਫਿਰ ਇਹਦੇ ਵਿੱਚ? We can't blame God. ਅਸੀਂ ਪਰਮੇਸ਼ਰ ਨੂੰ ਦੋਸ਼ ਨਹੀਂ ਦੇ ਸਕਦੇ। Many people are blaming God. ਬਹੁਤ ਸਾਰੇ ਲੋਕ ਪਰਮੇਸ਼ਰ ਦਾ ਦੋਸ਼ ਕੱਢਦੇ What ਨੇ। you are putting inside of you ਜੋ ਤੁਸੀਂ ਆਪਣੇ ਅੰਦਰ ਲੈ ਕੇ ਜਾ ਰਹੇ ਹੋ is your fault. ਇਹ ਤੁਹਾਡਾ ਕਸੂਰ ਹੈ। If you are filling yourself with the word ਜੇਕਰ ਤੁਸੀਂ ਪਰਮੇਸ਼ਰ ਦੇ ਵਚਨ ਨਾਲ ਆਪਣੇ ਆਪ ਨੂੰ ਭਰ ਰਹੇ ਹੋ and releasing the word, ਔਰ ਪਰਮੇਸ਼ਰ ਦਾ ਵਚਨ ਬਾਹਰ ਕੱਢ ਰਹੇ ਹੋ, what are you attracting? ਤਾਂ ਤੁਸੀਂ ਕਿਸ ਚੀਜ਼ ਨੂੰ ਆਪਣੇ ਕਨੀ ਖਿੱਚ ਰਹੇ ਹੋ? Angels start to manifest ਤਾਂ ਆਪਣੇ ਆਸ-ਪਾਸ ਤੁਸੀਂ ਪਰਮੇਸ਼ਰ ਦੇ Yeah. ਦੂਤ ਖਿੱਚ ਰਹੇ ਹੋ, because they are waiting for the word. ਕਿਉਂਕਿ ਉਹ ਤੁਹਾਡੇ ਵਚਨਾਂ ਦਾ ਸ਼ਬਦਾਂ ਦਾ ਇੰਤਜ਼ਾਰ ਕਰ ਰਹੇ Angels ਨੇ। of God only are activated when you speak the word of God. ਜੋ ਪਰਮੇਸ਼ਰ ਦੇ ਦੂਤ ਨੇ ਉਦੋਂ ਹੀ ਕੰਮ ਕਰਦੇ ਨੇ ਜਦੋਂ ਤੁਸੀਂ ਪਰਮੇਸ਼ਰ ਦਾ ਵਚਨ ਬੋਲਦੇ If ਹੋ। I stand here and I just speak to the angels, ਤੇ ਜੇ ਮੈਂ ਇੱਥੇ ਖੜੇ ਹੋਵਾਂ ਤੇ ਦੂਤਾਂ ਦੇ ਨਾਲ ਗੱਲਬਾਤ ਕਰਾਂ, they will stand and look at me. ਉਹ ਏਦਾਂ ਖੜੇ ਹੋਣਗੇ ਔਰ ਮੈਨੂੰ ਦੇਖਣਗੇ। But when I speak the word of God, ਜਦੋਂ ਮੈਂ ਪਰਮੇਸ਼ਰ ਦੇ ਵਚਨ ਦੀ ਗੱਲ ਕਰਾਂਗਾ, they are activated ਉਹ ਇੱਥੇ ਕੰਮ ਕਰਨਾ ਸ਼ੁਰੂ ਕਰ ਦੇਣਗੇ, because they don't listen to men. ਕਿਉਂਕਿ ਉਹ ਇਨਸਾਨ ਦੀ ਨਹੀਂ ਸੁਣਦੇ, They follow the voice of God. ਉਹ ਸਿਰਫ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਨੇ। They do not belong to you, ਉਹ ਤੁਹਾਡੇ ਨਾਲ ਸੰਬੰਧਿਤ ਨਹੀਂ ਹੈਗੇ, they belong to God. ਉਹ ਪਰਮੇਸ਼ਰ ਨਾਲ ਸੰਬੰਧਿਤ ਨੇ। God has given the angels for us, for our protection. ਪਰਮੇਸ਼ਰ ਨੇ ਜੋ ਦੂਤ ਨੇ ਸਾਡੀ ਸੁਰੱਖਿਆ ਦੇ ਲਈ ਸਾਨੂੰ ਦਿੱਤੇ ਨੇਗੇ, For our protection. ਸਾਡੀ ਸੁਰੱਖਿਆ ਦੇ ਲਈ। But to be activated, we need the word of God. When we are reading the word of God, they are activated. They are now ready. ਜੇ ਸਾਨੂੰ ਉਹਨਾਂ ਨੂੰ ਐਕਟੀਵੇਟ ਕਰਨਾ, ਕੰਮ ਚ ਲੈ ਕੇ ਆਉਣਾ, ਤਾਂ ਸਾਨੂੰ ਜ਼ਰੂਰਤ ਹੈ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਬੋਲੀਏ। Many times the angels are sitting and waiting for you. ਬਹੁਤ ਸਾਰੀ ਵਾਰੀ ਆਉਂਦਾ ਜਿਹੜੇ ਦੂਤ ਹੁੰਦੇ ਨੇ ਏਦਾਂ ਬੈਠ ਕੇ ਸਾਡਾ ਇੰਤਜ਼ਾਰ ਕਰ ਰਹੇ ਨੇ, No order is given, no word is shared. ਕੋਈ ਆਰਡਰ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ, ਕੋਈ ਪਰਮੇਸ਼ਰ ਦਾ So ਵਚਨ many ਨਹੀਂ angels are just waiting. ਤੇ ਬਹੁਤ ਸਾਰੇ ਅੰਜਲ ਏਦਾਂ ਬੈਠੇ ਵੇਟ ਕਰ They ਰਹੇ are ਨੇ। waiting. Manish going to be speaking the word. ਉਹ ਬੈਠੇ ਮਨੀਸ਼ ਨੂੰ ਦੇਖ ਦਿੰਦੇ ਨੇ, ਮਨੀਸ਼ ਕਦੋਂ ਵਚਨ ਪਰਮੇਸ਼ਰ ਦਾ ਸ਼ੇਅਰ ਕਰੂਗਾ। The day Manish starts to speak the word of God, ਜਿੱਦਾਂ ਹੀ ਪਰਮੇਸ਼ਰ ਦਾ ਵਚਨ Yes, sir, to run. ਕਰਨਾ ਸ਼ੁਰੂ ਕਰ Manish, you're here. ਭਜਨਾ ਸ਼ੁਰੂ ਕਰ ਦੇਣਗੇ। Why? ਕਿਉਂ? Because Manish has spoke the word. ਕਿਉਂਕਿ ਮਨੀਸ਼ ਨੇ ਪਰਮੇਸ਼ਰ ਦਾ ਵਚਨ ਸ਼ੇਅਰ ਕੀਤਾ। So when you share the word of God, ਜਦੋਂ ਪਰਮੇਸ਼ਰ ਦਾ ਵਚਨ ਤੁਸੀਂ ਸ਼ੇਅਰ the ਕਰਦੇ ਹੋ angels are coming. ਤੇ ਤੁਹਾਡੇ ਪਿੱਛੇ ਦੂਤ ਚੱਲਦੇ Anu, ਨੇ। we are here. ਅਨੂ ਇੱਥੇ ਆ ਅਸੀਂ। Yeah. But if Anu is not releasing the word, ਜਦੋਂ ਅਨੂ ਪਰਮੇਸ਼ਰ ਦਾ ਵਚਨ ਹੀ ਸ਼ੇਅਰ ਨਹੀਂ ਕਰੂਗੀ, the angels are standing and looking at her. ਔਰ ਅੰਜਲ ਏਦਾਂ ਖੜੇ ਰਹਿਣਗੇ ਔਰ ਦੇਖੀ ਜਾਣਗੇ। They can't do anything. ਉਹ ਕੁਝ ਨਹੀਂ ਕਰ ਸਕਦੇ। You can shout, you can cry, you can do everything. ਤੁਸੀਂ ਰੋਏ ਚੱਲੋ, ਚੀਕੇ ਚੱਲੋ, ਕੁਝ ਮਰਜ਼ੀ ਕਰੀ ਚੱਲੋ। You can stand on your head, the angels will not move. ਤੁਸੀਂ ਖੜੇ ਰਹੋ ਨਾ ਸਾਹਮਣੇ, ਅੰਜਲ ਕੁਝ ਵੀ ਨਹੀਂ ਕਰਨਗੇ। The moment you start speaking, ਜਦੋਂ ਤੁਸੀਂ ਬੋਲਣਾ ਸ਼ੁਰੂ in ਕਰੋਗੇ, the name of Jesus, ਖੁਦਾ ਯਿਸੂ ਦੇ ਨਾਮ ਦੇ ਵਿੱਚ, God has released angels into my life. ਤਾਂ ਪਰਮੇਸ਼ਰ ਮੇਰੀ ਜ਼ਿੰਦਗੀ ਦੇ ਵਿੱਚ ਤੇਰੇ ਦੂਤਾਂ ਨੂੰ Then they ਭੇਜ, start coming. Yes. ਤਾਂ ਉਹ ਕੀ ਹੈ, ਆਣਾ ਸ਼ੁਰੂ ਹੋ ਜਾਣਗੇ। Amen. ਆਮੀਨ। So when you know what authority is in you, ਜਦੋਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਕੀ ਅਧਿਕਾਰ ਨੇ, so start to release it. ਤਾਂ ਉਹਨੂੰ ਬਾਹਰ ਕੱਢਣਾ ਸ਼ੁਰੂ ਕਰੋ। All that is inside of you, let it come out. ਤੇ ਜੋ ਤੁਹਾਡੇ ਅੰਦਰ ਹਨ ਸਾਰੀ ਚੀਜ਼ਾਂ ਨੂੰ ਬਾਹਰ ਕੱਢਣਾ ਸ਼ੁਰੂ When ਕਰੋ। it starts to come out, ਜਦੋਂ ਤੁਸੀਂ ਇਹਨੂੰ ਬਾਹਰ ਕੱਢਣਾ ਸ਼ੁਰੂ ਕਰਦੇ ਹੋ, something will happen. ਕੁਝ ਹੋਣਾ ਸ਼ੁਰੂ ਹੋ ਜਾਂਦਾ ਹੈ। Yeah. Yeah. If I'm preaching to you now, ਜੇ ਮੈਂ ਹੁਣ ਤੁਹਾਨੂੰ ਪ੍ਰਚਾਰ ਕਰ ਰਿਹਾ ਹਾਂ, for the next 5 minutes, next 5 seconds, I'm going to preach to you. ਤੇ ਮੈਂ ਅਗਲੇ 5 ਸੈਕਿੰਡ ਦੇ ਲਈ ਤੁਹਾਨੂੰ ਪ੍ਰਚਾਰ ਨਾ ਕਰਾਂ,
and I want you to tell me what I'm saying. ਤੇ ਮੈਂ ਕਹਾਂ ਕਿ ਦੱਸੋ ਕਿ ਮੈਂ ਕੀ ਕਹਾਂ। Okay, we'll start. ਦੱਸੋ। ਜੇ ਮੈਂ ਸਿਰਫ ਏਦਾਂ ਇਸ਼ਾਰੇ ਹੀ ਕਰੀ ਚੱਲਾਂ। Don't talk. Action. What did you understand? ਤਾਂ ਤੁਸੀਂ ਕੀ ਸਮਝੋਗੇ? Huh? ਕੁਛ ਨਹੀਂ ਸਮਝੋਗੇ। Why? ਕਿਉਂ? Why didn't you understand? ਕਿਉਂ ਨਹੀਂ ਤੁਹਾਨੂੰ ਸਮਝ ਲੱਗੀ? He did not speak. Yes. ਹਾਂ, ਕਿਉਂਕਿ ਉਹਨੇ ਕਿਹਾ ਕਿ ਤੁਸੀਂ ਬੋਲੇ ਨਹੀਂ ਹੈਗੇ ਇਸ ਕਰਕੇ। That is why you need to start to speak. ਤਾਂ ਐਸੀ ਕਰਕੇ ਇਹ ਚੀਜ਼ ਨੇ, ਐਸੀ ਕਰਕੇ ਸਾਨੂੰ ਲੋੜ ਹੈ ਬੋਲਣ ਦੀ। Every morning you get up, ਹਰ ਇੱਕ ਸਵੇਰ ਤੁਸੀਂ ਉੱਠਦੇ ਹੋ, start to speak. ਬੋਲਣਾ ਸ਼ੁਰੂ ਕਰੋ। God created me specially. ਤਾਂ ਪਰਮੇਸ਼ਵਰ ਨੇ ਮੈਨੂੰ ਖਾਸ ਬਣਾਇਆ ਆ। I am not afraid of anything. ਮੈਨੂੰ ਕਿਸੇ ਚੀਜ਼ ਤੋਂ ਡਰਨ ਦੀ ਜ਼ਰੂਰਤ I ਨਹੀਂ am ਹੈ। going to go out ਮੈਂ ਬਾਹਰ and ਜਾਵਾਂਗਾ I'm going to do God's work. ਔਰ ਮੈਂ ਪਰਮੇਸ਼ਵਰ ਦੇ ਕੰਮਾਂ ਨੂੰ ਕਰਾਂਗਾ। When you start to speak, these angels are saying, come on, let's go, let's go, let's go. ਤੁਸੀਂ ਪਰਮੇਸ਼ਵਰ ਦੇ ਨਾਲ ਵਚਨਾਂ ਨੂੰ ਬੋਲਣਾ ਸ਼ੁਰੂ ਕਰਦੇ ਹੋ ਔਰ ਕਹਿੰਦੇ ਹੋ ਕਿ ਚਲੋ ਚਲੋ ਚਲੋ। You understand? ਤੁਸੀਂ ਸਮਝ ਰਹੇ ਹੋ? So the moment you get off the bed, start to talk. ਜੋ ਤੁਸੀਂ ਮੂਮੈਂਟ ਜਿਹੜਾ ਸਮਾਂ ਬੈੱਡ ਤੋਂ ਉੱਠਦੇ ਹੋ ਤੁਸੀਂ Release ਗੱਲ the ਕਰਨਾ word ਸ਼ੁਰੂ of ਕਰੋ। God. ਪਰਮੇਸ਼ਵਰ ਦੇ ਵਚਨਾਂ ਨੂੰ ਬਾਹਰ ਕੱਢੋ You will be surprised what is happening around ਔਰ you. ਤੁਸੀਂ ਹੈਰਾਨ ਹੋ ਜਾਓਗੇ ਜੋ ਚੀਜ਼ਾਂ ਤੁਹਾਡੀ ਜ਼ਿੰਦਗੀ 'ਚ ਹੋਣਗੀਆਂ। Amen. 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 Activation is the most important thing. ਚੀਜ਼ਾਂ ਨੂੰ ਪ੍ਰੈਕਟੀਕਲੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। When God created the earth, ਜਦੋਂ ਪਰਮੇਸ਼ਵਰ ਨੇ ਧਰਤੀ ਨੂੰ ਰਚਿਆ what ਸੀ, did God say? ਪਰਮੇਸ਼ਵਰ ਨੇ ਕੀ ਕਿਹਾ ਸੀ? He said, let there be light. ਤਾਂ ਪਰਮੇਸ਼ਵਰ ਨੇ ਕਿਹਾ ਸੀ ਉਜਾਲਾ ਹੋ ਜੇ। God didn't look at the world and say, ਤਾਂ ਪਰਮੇਸ਼ਵਰ ਨੇ ਏਦਾਂ ਨਹੀਂ ਕੀਤਾ ਸੀ ਐਂ ਕਰਕੇ ਇਸ਼ਾਰਾ। That's why He's asking us to speak. ਇਸੇ ਕਰਕੇ ਖੁਦਾ ਨੇ ਕਿਹਾ ਕਿ ਬੋਲੋ। Yeah. Amen. ਆਮੀਨ। How do we speak? ਅਸੀਂ ਕਿੱਦਾਂ ਬੋਲ ਸਕਦੇ When ਹਾਂ? God said, let there be light, ਜਦੋਂ ਪਰਮੇਸ਼ਵਰ ਨੇ ਕਿਹਾ ਕਿ ਉਜਾਲਾ ਹੋ ਜਾਵੇ, was God joking? ਕੀ ਪਰਮੇਸ਼ਵਰ ਮਜ਼ਾਕ ਕਰ ਰਿਹਾ ਸੀ? No. He was serious. ਉਹ ਸੀਰੀਅਸ ਸੀ, ਗੰਭੀਰ ਸੀਗੇ। So when you speak, ਜਦੋਂ ਤੁਸੀਂ ਬੋਲਦੇ ਹੋ you have to be serious. ਤੁਹਾਨੂੰ ਸੀਰੀਅਸ ਹੋਣ ਦੀ ਜ਼ਰੂਰਤ If ਹੈ। you are joking, ਜੇਕਰ ਤੁਸੀਂ ਮਜ਼ਾਕ ਕਰ ਰਹੇ you ਹੋ will become a joker. ਤਾਂ ਤੁਸੀਂ ਵੀ ਇੱਕ ਜੋਕਰ ਹੀ ਬਣ ਜਾਓਗੇ। Nobody will take you seriously. ਤੁਹਾਨੂੰ ਕੋਈ ਵੀ ਸੀਰੀਅਸ ਨਹੀਂ ਲਏਗਾ। But when you are serious, ਪਰ ਜਦੋਂ ਤੁਸੀਂ ਸੀਰੀਅਸ ਹੋ everybody knows you're serious. ਤਾਂ ਤੁਹਾਨੂੰ ਹਰ ਕਿਸੇ ਨੂੰ ਪਤਾ ਹੈ ਕਿ ਬੰਦਾ And they serious will ਹੈ। listen to you. ਔਰ ਤੁਹਾਨੂੰ ਸੁਣਨਗੇ ਵੀ ਉਹ ਲੋਕ। You understand? ਸਮਝ ਰਹੇ ਹੋ? So change the way you talk, change the way you operate, change the way you do things. ਤਾਂ ਉਸ ਤਰੀਕਿਆਂ ਨੂੰ ਬਦਲੋ, ਜਿਸ ਤਰੀਕੇ ਨਾਲ ਤੁਸੀਂ ਬੋਲਦੇ ਹੋ, ਗੱਲ ਕਰਦੇ ਹੋ ਔਰ ਬਿਹੇਵ ਕਰਦੇ ਹੋ, ਸਾਰੇ ਤਰੀਕਿਆਂ ਨੂੰ ਬਦਲੋ। Sometimes people say to me, why you're so strict? Why you're so serious? ਤਾਂ ਕਈ ਵਾਰ ਲੋਕ ਮੈਨੂੰ ਪੁੱਛਦੇ ਨੇ ਤੂੰ ਇੰਨਾ ਸਖਤ ਕਿਉਂ ਹੈਗਾ? I know what I have to do. ਮੈਨੂੰ ਪਤਾ ਹੈ ਮੈंने ਕੀ ਕਰਨਾ I ਹੈ। am not here for fun. ਮੈਂ ਤੇ ਮਜ਼ਾਕ ਮਜ਼ੇ I ਲਈ am ਨਹੀਂ not here ਆਇਆ। to please you. ਮੈਂ ਤੇ ਇੱਥੇ ਤੁਹਾਨੂੰ ਖੁਸ਼ ਕਰਨ ਨਹੀਂ ਆਇਆ। If I was here to please you, I would be opening a comedy club. ਤਾਂ ਜੇ ਮੈਂ ਤੁਹਾਨੂੰ ਇੱਥੇ ਖੁਸ਼ ਕਰਨ ਆਂਦਾ ਹੋਵਾਂ ਤਾਂ ਫਿਰ ਮੈਨੂੰ ਜ਼ਰੂਰਤ ਹੈ ਕਿ ਕਾਮੇਡੀ ਕਲੱਬ ਖੋਲ ਲਾਂ। Huh? Do you want a comedy club or you want a serious word of God? ਤੁਸੀਂ ਹੁਣ ਕਾਮੇਡੀ ਕਲੱਬ ਚਾਹੁੰਦੇ ਹੋ ਕਿ ਪਰਮੇਸ਼ਰ ਦਾ ਸੀਰੀਅਸ ਵਚਨ ਚਾਹੁੰਦੇ ਹੋ? I can joke. I have a lot of jokes. ਮੈਂ ਜੋਕ ਮਜ਼ਾਕ ਕਰ ਸਕਦਾ ਹਾਂ, ਮੇਰੇ ਕੋਲ ਬਹੁਤ ਸਾਰੇ ਜੋਕਸ ਵੀ ਹੁੰਦੇ ਨੇ, But that's not the place. ਪਰ ਇਹ ਜਗ੍ਹਾ ਨਹੀਂ ਹੈ ਉਸ ਚੀਜ਼ਾਂ ਲਈ। When we're sitting out eating some food, we can joke. ਜਦੋਂ ਅਸੀਂ ਬਾਹਰ ਬੈਠੇ ਖਾਣਾ ਖਾਂਦੇ ਅਸੀਂ ਮਜ਼ਾਕ ਕਰ But ਸਕਦੇ ਹਾਂ, here? ਪਰ ਇੱਥੇ This is serious business. ਇਹ ਇੱਕ ਬਹੁਤ ਹੀ ਗੰਭੀਰ God is ਕੰਮ ਚੱਲ ਰਿਹਾ ਹੈ। expecting you to be serious ਪਰਮੇਸ਼ਰ ਸਾਡੇ ਤੋਂ ਉਮੀਦ ਕਰਦਾ ਕਿ ਅਸੀਂ ਕੁਝ ਬੋਲੀਏ ਸੀਰੀਅਸ regarding His work. ਉਹਦੇ ਕੰਮ ਨੂੰ ਲੈ ਕੇ, Yeah, regarding His work, you have to be serious. ਉਹਦੇ ਕੰਮਾਂ ਨੂੰ ਲੈ ਕੇ ਸਾਨੂੰ ਗੰਭੀਰ ਹੋਣ ਦੀ Jaspal, ਜ਼ਰੂਰਤ ਹੈ। you need to be serious with what? ਤਾਂ ਤੁਹਾਨੂੰ ਜ਼ਰੂਰਤ ਹੈ ਕਿ ਪਰਮੇਸ਼ਰ ਦੇ खुदा का ਵਚਨ ਨੂੰ काम को? ਖੁਦਾ ਦੇ ਕੰਮਾਂ ਨੂੰ ਲੈ ਕੇ Serious. ਸੀਰੀਅਸ ਹੋਣ ਦੀ How ਜ਼ਰੂਰਤ do ਹੈ। you become serious? ਤੁਸੀਂ ਕਿੱਦਾਂ ਸੀਰੀਅਸ ਹੋ ਸਕਦੇ ਹੋ? When you start to do what He's telling you to do. ਤਾਂ ਤੁਸੀਂ ਜੋ ਤੁਹਾਨੂੰ ਕਰਨ ਨੂੰ ਕਿਹਾ ਗਿਆ, ਜੋ ਤੁਸੀਂ ਉਹਨੂੰ ਕਰਨਾ ਸ਼ੁਰੂ If He ਕਰ ਦਿਓ। says, I've given you authority, ਜਦੋਂ ਖੁਦਾ ਨੇ ਕਿਹਾ ਕਿ ਮੈਂ ਤੁਹਾਨੂੰ ਅਧਿਕਾਰ ਦਿੱਤੇ ਨੇ, don't take it ਇਹਨੂੰ ਏਦਾਂ ਨਾ ਕਰੋ, and put it in your pocket. ਜੇਬ 'ਚ ਨਾ ਪਾਓ। Next year, 1 साल के बाद हम निकालता है किधर है? Yeah, ਸਹੀ ਹੈ। there are problems. Now we're bringing the authority out. Yeah, you need to learn to walk in that authority. ਤਾਂ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਉਹ ਅਧਿਕਾਰਾਂ ਦੇ ਨਾਲ ਕਿੱਦਾਂ ਚੱਲਣਾ ਆ। When you walk, don't walk like this. ਜੋ ਤੁਸੀਂ ਚੱਲਦੇ ਹੋ, ਏਦਾਂ ਨਾ ਚੱਲੋ ਕੁੱਬੇ ਹੋ ਕੇ, Yeah, walk with authority. ਅਧਿਕਾਰ ਦੇ ਨਾਲ ਚੱਲੋ। When people see you, ਜੋ ਲੋਕ ਤੁਹਾਨੂੰ ਦੇਖਣ they know this man is something. ਤਾਂ ਉਹ ਜਾਣ ਸਕਣ ਕਿ ਇਸ ਇਨਸਾਨ ਦੇ ਵਿੱਚ ਕੋਈ ਖਾਸ ਗੱਲਬਾਤ ਹੈਗੀ ਹੈ। But if you're walking like this, ਜੇਕਰ ਤੁਸੀਂ ਏਦਾਂ ਚੱਲੋਗੇ what does it look like? ਤਾਂ ਕਿੱਦਾਂ ਦਿਖੂਗਾ? You're not serious. ਤੁਸੀਂ ਇਸ ਗੰਭੀਰ ਨਹੀਂ ਹੋ। Yeah, but when I walk serious, they know this man means some business. ਜਦੋਂ ਆਪਾਂ ਕੋਈ ਸੀਰੀਅਸ ਹੋ ਕੇ ਵਾਕ ਕਰਾਂਗੇ ਤਾਂ ਅਗਲੇ ਨੂੰ ਪਤਾ ਲੱਗੂਗਾ ਕਿ ਹਾਂ When the ਇਨਸਾਨ ਕਿਸ policeman sticks out his hand, he doesn't stand one hand in the pocket like this. He doesn't stand like ਹੁਣ ਜੇ this. ਪੁਲਿਸ ਵਾਲਾ ਜਿਹੜਾ ਹੈਗਾ ਟ੍ਰੈਫਿਕ ਤੇ ਖੜਾ ਹੋ ਕੇ ਜੇਬ 'ਚ ਹੱਥ ਪਾ ਕੇ ਏਦਾਂ ਇਸ਼ਾਰੇ ਕਰੇ ਫਿਰ He says, stop. ਉਹ ਕਹਿੰਦਾ ਕਿ ਰੁਕੋ। Look at his posture. ਹਾਂ, ਉਹਦੀ ਪੋਜੀਸ਼ਨ ਨੂੰ ਦੇਖਿਆ ਕਰੋ, ਏਦਾਂ ਖੜਾ ਹੁੰਦਾ ਹੈ। Yeah, this is how you need to be. You need to be that way. ਉਹਨੂੰ ਵੀ ਇਸੇ ਤਰ੍ਹਾਂ ਸਟ੍ਰਿਕਟ ਹੋਣ ਦੀ ਜ਼ਰੂਰਤ The ਹੈ। way you walk, the way you ਕਿਸ ਤਰੀਕੇ ਨਾਲ talk. ਤੁਸੀਂ ਬੋਲਦੇ ਹੋ, ਚੱਲਦੇ ਹੋ।
So when you read the word of God and when you start to put it into practice, put it in with authority. ਤਾਂ ਜਦੋਂ ਵੀ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਲਰਨ ਕਰਦੇ ਹੋ ਸਿੱਖਦੇ ਹੋ ਤਾਂ ਤੁਹਾਨੂੰ ਜ਼ਰੂਰਤ ਹੈ ਕਿ ਉਹਨੂੰ ਅਧਿਕਾਰ ਦੇ ਨਾਲ ਯੂਜ਼ ਕਰੋ। Now you're going to read the word of God. ਤਾਂ ਹੁਣ ਤੁਸੀਂ ਜੋ ਪਰਮੇਸ਼ਰ ਦਾ ਵਚਨ ਪੜਨ ਜਾ ਰਹੇ ਹੋ, Many people, they start to read. ਬਹੁਤ ਸਾਰੇ ਲੋਕ ਜਿਹੜੇ ਨੇ ਪੜਨਾ ਸ਼ੁਰੂ ਕਰਨਗੇ And then all of a sudden the devil starts to tempt them. ਔਰ ਉਹਨਾਂ ਦਾ ਸ਼ੈਤਾਨ ਵੀ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰੂਗਾ। What you need to do? ਤੁਹਾਨੂੰ ਕੀ ਕਰਨ ਦੀ ਜ਼ਰੂਰਤ ਆ? What you need to do? ਕੀ ਕਰਨ ਦੀ ਜ਼ਰੂਰਤ ਆ? You need to say to this devil, ਤਾਂ ਤੁਹਾਨੂੰ ਜ਼ਰੂਰਤ ਹੈ ਸ਼ੈਤਾਨ ਨੂੰ ਕਹਿਣ ਦੀ, in the name of Jesus, get out of my mind. ਸ਼ੈਤਾਨ ਨੂੰ ਤੁਹਾਨੂੰ ਅਧਿਕਾਰ ਦੇਣਾ ਕਹਿਣ ਦੀ ਜ਼ਰੂਰਤ ਹੈ ਕਿ ਖੁਦਾ ਯਿਸੂ ਦੇ ਨਾਮ ਦੇ ਵਿੱਚ ਮੇਰੀ ਜ਼ਿੰਦਗੀ ਚੋਂ ਚਲਾ ਜਾ। I am going to read the word of God. ਮੈਂ ਪਰਮੇਸ਼ਰ ਦਾ ਵਚਨ ਪੜਨ ਜਾ ਰਿਹਾ। Go. ਜਾ, He will go. ਉਹ ਚਲਾ ਜਾਏਗਾ। Moment you speak in authority, he will go. ਜਦੋਂ ਤੁਸੀਂ ਉਹ ਸਮਾਂ ਜਿਹੜਾ ਅਧਿਕਾਰ ਦੇ ਨਾਲ ਉਹਦੇ ਨਾਲ ਗੱਲਬਾਤ ਕਰੋਗੇ, But if you are talking to him, why are you troubling me? Leave me. I want to read. ਜੇਕਰ ਤੁਸੀਂ He'll come more. ਪਿਆਰ ਨਾਲ ਗੱਲ ਕਰੋਗੇ, ਉਹ ਤੂੰ Yeah. ਆਇਆ ਤੂੰ ਮੇਰੇ ਲਈ ਸਮੱਸਿਆਵਾਂ ਪੈਦਾ ਕਰਨ ਲੱਗ ਗਿਆ, ਤਾਂ ਇਦਾਂ ਨਹੀਂ ਹੋਏਗਾ। Yes, I know there was a lady who was saved for 20 years. खुदा में 20 साल में थी वो. ਇੱਕ ਔਰਤ ਬਾਰੇ ਪਾਸਟਰ ਜੀ ਗੱਲ ਕਰ ਰਹੇ ਜਿਹਨੂੰ ਮੈਂ ਕਹਿ ਰਿਹਾ ਮੈਂ ਜਾਣਦਾ ਹਾਂ, ਜਿਹੜਾ 20 ਸਾਲ ਪਹਿਲਾਂ ਬਚਾਈ ਗਈ ਸੀ। One day I was talking about this ਤਾਂ same ਮੈਂ ਇੱਕ authority, ਦਿਨ ਇਹ ਸਾਰੇ ਅਧਿਕਾਰਾਂ ਬਾਰੇ ਉਹਦੇ ਨਾਲ ਗੱਲਬਾਤ ਕਰਨ and ਲੱਗੀ I was only about 6 months in the Lord. ਤੇ ਮੈਂ ਸਿਰਫ ਉਦੋਂ 6 ਮਹੀਨੇ ਪਹਿਲਾਂ ਹੀ ਪਰਮੇਸ਼ਵਰ ਚ So ਆਇਆ she ਸੀ। said to me, "How do you know all this?" ਤਾਂ ਉਹਨੇ ਮੈਨੂੰ ਪੁੱਛਿਆ ਕਿ ਤੈਨੂੰ ਇਹ ਸਾਰਾ ਕੁਝ ਕਿਵੇਂ ਪਤਾ I ਹੈ? said, "It's all here." ਤਾਂ ਮੈंने ਕਿਹਾ ਸਾਰਾ ਕੁਝ ਬਾਈਬਲ ਦੇ ਵਿੱਚ ਪੜ੍ਹਾ। ਹੈ, ਮੈंने ਇੱਥੇ ਪੜਿਆ। So I said, "What is the problem?" ਤਾਂ ਮੈंने ਕਿਹਾ ਕੀ ਸਮੱਸਿਆ ਤੇਰੀ? She said, "When I go home and I try to read the Bible and I start to pray, the devil is tempting me. He's not allowing me to read. I'm falling asleep. I'm feeling tired. He's not allowing me to read the Bible." ਤਾਂ ਉਸ ਲੇਡੀ ਨੇ ਕਿਹਾ ਕਿ ਜਦੋਂ ਵੀ ਮੈਂ ਘਰੇ ਜਾਂਦੀ ਹਾਂ ਵਚਨ ਨੂੰ ਪੜਨ ਦੀ ਕੋਸ਼ਿਸ਼ ਕਰਦੀ ਹਾਂ, ਸ਼ੈਤਾਨ ਮੈਨੂੰ ਭਰਮਾਉਂਦਾ ਆ, ਮੈਨੂੰ ਨੀਂਦ ਆਉਣ ਲੱਗ ਜਾਂਦੀ ਹੈ, ਮੇਰਾ ਪੜਨ ਨੂੰ ਮਨ ਨਹੀਂ ਕਰਦਾ ਹੈਗਾ। So I said, "What did you do?" ਤਾਂ ਮੈंने ਕਿਹਾ ਕਿ ਤੂਨੇ ਕੀ ਕੀਤਾ? Nothing. ਕੁਛ ਨਹੀਂ, I can't do anything. ਮੈਂ ਕੁਛ ਨਹੀਂ ਕਰ ਸਕਦਾ। So I laughed at her. I said, ਮੈਂ "What do ਉਹਦੇ you mean you ਤੇ can't do anything?" ਹੱਸਿਆ, ਉਹਦੇ ਤੇ ਹੱਸਿਆ। I said, "Tomorrow, now when you go home," ਪਰ ਪਾਸਟਰ ਜੀ ਨੇ ਕਿਹਾ ਕਿ ਜਦੋਂ ਕੱਲ ਮੈਂ ਤੇਰੇ ਘਰ ਜਾਊਂਗਾ I said, "You speak to that demon." ਤਾਂ ਸ਼ੈਤਾਨ ਦੇ ਨਾਲ ਗੱਲਬਾਤ ਕਰੀ। I said, "In the name of Jesus, demon, get out of here. ਤਾਂ ਮੈंने ਕਿਹਾ ਕਿ ਖੁਦਾ ਯਿਸੂ ਦੇ ਨਾਮ ਦੇ ਵਿੱਚ ਸ਼ੈਤਾਨ ਤੋਂ ਇੱਥੋਂ ਚਲਾ ਜਾ। I will read my Bible." ਮੈਂ ਆਪਣੀ ਬਾਈਬਲ ਨੂੰ ਪੜਾਂਗਾ। Next Sunday, ਅਗਲੇ ਸੰਡੇ I saw her. मैंने ਉਹਨੂੰ ਦੇਖਿਆ, Very fast, she's come walking towards me. ਉਹ ਮੇਰੇ ਕੋਲ ਭੱਜੀ ਆਈ। मैं सोच रहा था क्या हो गया. ਮੈਂ ਸੋਚਿਆ ਪਤਾ ਨਹੀਂ ਕੀ ਹੋ ਗਿਆ। She said, ਉਹਨੇ "It ਕਿਹਾ works. ਉਹਨੇ ਕਿਹਾ ਕਿ ਇਸ ਚੀਜ਼ ਨੇ ਕੰਮ ਕੀਤਾ। It works." ਇਹਨੇ ਕੰਮ ਕੀਤਾ। I said, "What works?" ਮੈंने ਕਿਹਾ ਕੀ ਕੰਮ ਕੀਤਾ? She said, "I spoke to the devil and he stopped troubling me." ਤਾਂ ਉਹਨੇ ਲੇਡੀਜ਼ ਨੇ ਕਿਹਾ ਪਾਸਟਰ ਜੀ ਨੂੰ ਕਿ ਮੈंने ਉਸ ਦੇ ਉੱਤੇ ਕੰਮ ਕੀਤਾ ਔਰ ਸ਼ੈਤਾਨ ਨੂੰ ਹੁਕਮ ਦਿੱਤਾ ਤੇ ਉਹਨੇ ਮੈਨੂੰ ਬਾਈਬਲ He ਪੜ੍ਹਨ says, "Now I can read the Bible, no problem." ਤਾਂ ਮੈਂ ਹੁਣ ਬਾਈਬਲ ਪੜ੍ਹ ਸਕਦੀ ਹਾਂ, ਮੈਨੂੰ ਕੋਈ ਸਮੱਸਿਆ ਨਹੀਂ ਹੈਗੀ। I said, "You learned a very expensive lesson after 20 years." ਤਾਂ ਮੈंने ਕਿਹਾ ਕਿ ਤੂਨੇ ਬਹੁਤ ਕੀਮਤੀ ਜਿਹੜੀ ਚੀਜ਼ ਹੈ ਪੜ੍ਹ ਲਈ ਹੈ ਲੇਕਿਨ 20 ਸਾਲਾਂ ਬਾਅਦ। I said, "I have to charge you a fee of 20 years." ਤਾਂ ਉਹ ਪਾਸਟਰ ਜੀ ਕਹਿਣ ਲੱਗੇ ਕਿ ਹੁਣ ਮੈਨੂੰ ਤੇਰੇ ਤੋਂ 20 ਸਾਲਾਂ ਦੇ ਪੂਰੇ ਪੈਸੇ ਲੈਣੇ Yeah. ਚਾਹੀਦੇ ਆ। But it is a simple instruction, simple knowledge. ਲੇਕਿਨ ਇੱਕ ਬਹੁਤ ਹੀ ਸਧਾਰਨ ਜਿਹੀ ਚੀਜ਼ ਸੀ ਤੇ ਸਧਾਰਨ ਜਿਹਾ ਗਿਆਨ So ਸੀ। today that's why I'm trying to show you how you need to take that authority. ਤਾਂ ਇਸੇ ਕਰਕੇ ਅੱਜ ਮੈਂ ਤੁਹਾਨੂੰ ਸਮਝਾਉਣ ਦੀ ਜ਼ਰੂਰਤ ਕਰ ਰਿਹਾ ਕਿ ਤੁਸੀਂ ਆਪਣੇ ਅਧਿਕਾਰਾਂ ਨੂੰ ਕਿਵੇਂ ਯੂਜ਼ So ਕਰ you can ਸਕਦੇ ਹੋ। put that in every day, not just Sunday. Every day you can put that in there. ਤਾਂ ਤੁਸੀਂ ਇਹਨਾਂ ਅਧਿਕਾਰਾਂ ਨੂੰ ਰੋਜ਼ ਮਰਾ ਦੀ ਜ਼ਿੰਦਗੀ 'ਚ ਯੂਜ਼ ਕਰ ਸਕਦੇ ਹੋ। ਇਹ ਨਹੀਂ ਕਿ ਕੱਲਾ ਸੰਡੇ ਨੂੰ ਯੂਜ਼ ਕਰ ਸਕਦੇ ਹੋ, ਹਰ ਇੱਕ ਦਿਨ ਯੂਜ਼ ਕਰ ਸਕਦੇ ਹੋ। Sometimes the children, ਕਦੇ ਬੱਚੇ, even when my son was growing up, ਜਦੋਂ ਕਿ ਮੇਰਾ ਬੱਚਾ ਜਦੋਂ ਵੱਡਾ ਹੋ ਰਿਹਾ ਸੀ, they're innocent. ਉਹ ਬਹੁਤ ਭੋਲਾ ਸੀ। And sometimes the devil will come to tempt them because he's trying to get to me, but he will use the children to distract me. ਹਾਂ, ਉਹ ਜਿਹੜਾ ਸ਼ੈਤਾਨ ਸੀਗਾ, ਇਹਨਾਂ ਦਾ ਬੱਚਾ ਛੋਟਾ ਸੀ, ਉਹ ਭੋਲਾ ਸੀ, ਉਹਨੂੰ ਖਿੱਚਦਾ ਸੀਗਾ ਆਪਦੇ ਕਰਨੀ, ਕਿਉਂਕਿ ਉਹ ਪਾਸਟਰ ਜੀ ਨੂੰ ਡਿਸਟਰੈਕਟ ਕਰਨਾ ਚਾਹੁੰਦਾ ਸੀ ਉਸ ਬੱਚੇ ਦੇ ਰਾਹੀਂ। So I recognize that the devil is trying to tempt him to get to me. ਤਾਂ ਪਾਸਟਰ ਜੀ ਕਹਿੰਦੇ ਮੈਨੂੰ ਪਤਾ ਲੱਗ ਗਿਆ, ਮੈਂ ਸਮਝ ਗਿਆ ਕਿ ਜਿਹੜਾ ਸ਼ੈਤਾਨ ਹੈਗਾ ਉਹ ਬੱਚੇ ਦੇ ਰਾਹੀਂ ਮੈਨੂੰ ਤੰਗ ਕਰਨਾ ਚਾਹੁੰਦਾ ਹੈਗਾ। I said, "Joshua, you are a son of God. Stop." ਤਾਂ ਮੈंने ਆਪਣੇ ਬੇਟੇ ਨੂੰ ਕਿਹਾ ਕਿ ਜੋਸ਼ੂਆ ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਰੁਕ। He stopped. ਉਹ ਰੁਕ ਗਿਆ। Band. ਖਤਮ, Why? ਬੰਦ। ਕਿਉਂ? Because he was only 3 years old. ਕਿਉਂਕਿ ਉਹ ਸਿਰਫ 3 ਸਾਲ ਦਾ ਸੀ, But he is innocent. ਕਿਉਂਕਿ ਉਹ ਭੋਲਾ ਸੀ। But what came out of my mouth? ਪਰ ਮੇਰੇ ਮੂੰਹ ਚੋਂ ਕੀ ਨਿਕਲਿਆ? Joshua, stop. ਜੋਸ਼ੂਆ ਰੁਕ, You are a child of God. ਤੂੰ ਪਰਮੇਸ਼ਵਰ ਦਾ ਬੱਚਾ ਆ, Word of God, child of God. ਪਰਮੇਸ਼ਵਰ ਦਾ ਬੱਚਾ ਆ। That is gone in. Now this whoever was trying to talk to him is gone. ਜੋ ਵੀ ਉਹ ਚੀਜ਼ ਸਮਝ ਗਿਆ ਨਾ? ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਚਲੀ ਗਈ। every situation, wherever you go, there will be situations like that. ਤਾਂ ਤੁਸੀਂ ਜਿੱਥੇ ਵੀ ਜਾਓ ਤਾਂ ਹਾਲਾਤ ਇਦਾਂ ਦੇ ਹੁੰਦੇ ਨੇਗੇ। It could be at your workplace. ਇਹ ਤੁਹਾਡੇ ਕੰਮਾਂ ਦੇ ਜਗ੍ਹਾਵਾਂ Your ਦੇ ਉੱਤੇ ਵੀ boss. ਹੋ ਸਕਦਾ, ਤੁਹਾਡੇ ਬੌਸ ਦੇ ਨਾਲ ਵੀ Your ਹੋ boss ਸਕਦਾ। will speak to you in a bad way. ਤੁਹਾਡੇ ਜਿਹੜੇ ਮਾਲਿਕ ਨੇ ਤੁਹਾਡੇ ਨਾਲ ਬੁਰੇ ਤਰੀਕੇ ਨਾਲ ਗੱਲਬਾਤ ਕਰਦੇ ਨੇ। Many years ago, one of our managers was talking like that.
ਤਾਂ ਬਹੁਤ ਟਾਈਮ ਪਹਿਲਾਂ ਇੱਕ ਜਿਹੜਾ ਮੈਨੇਜਰ ਸੀ ਇਸੇ ਤਰੀਕੇ ਨਾਲ ਗੱਲਬਾਤ ਕਰਦਾ ਸੀ। I went outside ਮੈਂ ਬਾਹਰ ਗਿਆ, and I took his name. ਮੈਂ ਉਹਦਾ ਨਾਮ ਲੱਤਾ, His name was Kevin. ਉਹਦਾ ਨਾਮ ਕੈਵਿਨ ਸੀ। I said, Kevin, in the name of Jesus, you will stop talking to people. You will stop misbehaving in Jesus' name. ਆਮੇਨ। और मैं अंदर ਤਾਂ आया। ਪਾਸਟਰ ਜੀ ਨੇ ਕਿਹਾ ਕਿ ਮੈਂ ਉਹਨੂੰ ਬਾਹਰ ਲੈ ਕੇ ਗਿਆ, ਔਰ ਮੈਂ ਉਹਨੂੰ ਕਿਹਾ ਕਿ उसको नहीं लेके गया, मैं बाहर गया। ਮੈਂ ਬਾਹਰ ਗਿਆ ਤੇ ਮੈਂ ਕਿਹਾ ਕੈਵਿਨ, ਮੈਂ ਤੈਨੂੰ ਅਧਿਕਾਰ ਦਿੰਦਾ ਆ ਕਿ ਜੋ ਤੂੰ ਲੋਕਾਂ ਨਾਲ ਗਲਤ ਬਿਹੇਵੀਅਰ ਕਰਦਾ, ਗਲਤ ਬੋਲਦਾ, ਉਹ ਚੀਜ਼ਾਂ ਰੁਕ ਜਾਣ ਖੁਦਾ ਯਿਸੂ ਦੇ ਨਾਮ ਦੇ ਵਿੱਚ। That day, everything stopped. Why is this thing off? Can you put that on first, please? It's hot. When you take that authority, ਜਦੋਂ ਤੁਸੀਂ ਇਸ ਅਧਿਕਾਰ ਨੂੰ ਲੈਂਦੇ ਹੋ, that man stopped. ਸੌਰੀ, That man stopped, Kevin. ਤਾਂ ਉਹ ਜਦੋਂ ਪਾਸਟਰ ਜੀ ਨੇ ਅਧਿਕਾਰ ਨੂੰ ਯੂਜ਼ ਕੀਤਾ, ਉਹ ਬੰਦਾ ਜਿਹੜਾ ਸੀ ਕੈਵਿਨ ਇਹ ਚੀਜ਼ਾਂ ਕਰਨੀਆਂ So you can do the same thing ਤਾਂ ਤੁਸੀਂ ਵੀ ਇਹ ਚੀਜ਼ਾਂ ਦੁਆ ਸੇਮ ਕਰ in ਸਕਦੇ ਹੋ every situation. ਹਰ ਇੱਕ ਹਾਲਾਤ ਦੇ ਵਿੱਚ। You think what situation you are in. ਤੁਸੀਂ ਸੋਚੋ ਕਿ ਤੁਹਾਡੇ ਆਸ-ਪਾਸ ਹਾਲਾਤ ਕੀ ਨੇਗੇ, Speak to that ਉਹਨਾਂ ਨਾਲ ਗੱਲਬਾਤ ਕਰੋ। in the authority ਜਿਹੜਾ ਅਧਿਕਾਰ ਤੁਹਾਨੂੰ ਦਿੱਤਾ that ਗਿਆ, God has given you. ਜਾਂ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਆ, And you will see the things change. ਤਾਂ ਤੁਸੀਂ ਦੇਖੋਗੇ ਕਿ ਚੀਜ਼ਾਂ ਚੇਂਜ But ਕਰਨੀਆਂ don't ਸ਼ੁਰੂ ਹੋ take it ਗਈਆਂ। for granted. ਪਰ ਇਹਦੀ ਗਾਰੰਟੀ ਨਾ ਚੱਕੋ, Don't ਹਲਕੇ ਚ ਨਾ ਲਓ। don't misuse the name of Jesus. ਤਾਂ ਇਹਨੂੰ ਖੁਦਾ ਯਿਸੂ ਦੇ ਨਾਮ ਨੂੰ ਗਲਤ ਤਰੀਕੇ ਨਾਲ ਨਾ ਵਰਤੋ। Don't start speaking to the devil and say, devil, bring me money. ਤਾਂ ਇਦਾਂ ਨਾ ਹੋਵੇ ਕਿ ਤੁਸੀਂ ਸ਼ੈਤਾਨ ਨੂੰ ਕਿ ਇੱਧਰ ਆ ਪੈਸੇ ਲੈ ਕੇ ਆ। Some people do that. ਕੁਝ ਲੋਕ ਕਰਦੇ ਨੇ ਇਦਾਂ। पैसा नहीं है बोलते जाता मेरे पास पैसा लेगा. He will bring the wrong money. ਤਾਂ ਤੁਸੀਂ ਕੀ ਇਹ ਗਲਤ ਪੈਸਿਆਂ ਨੂੰ ਲਓਗੇ। Yeah. Can we just put some of the fans on as well? It's hot in here. Sonu, just put some ਚਲਾ on. ਦਿਓ। Yep. Okay. Just put the ACs on. That's fine. So whatever situation there is, ਕੋਈ start ਵੀ to ਹਾਲਾਤ use ਹੋਣ that. ਤਾਂ ਉਹਨਾਂ ਨੂੰ ਅਧਿਕਾਰਾਂ ਨੂੰ ਯੂਜ਼ ਕਰਨਾ ਸ਼ੁਰੂ ਕਰੋ। So today we're going to try and practice it. ਤਾਂ ਅੱਜ ਅਸੀਂ ਇਹਨੂੰ ਕੀ ਕਹਿੰਦੇ ਟਰਾਈ ਕਰਨ ਦੀ ਕੋਸ਼ਿਸ਼ How ਕਰਨੀ many ਹੈ। of you have practice got ਵਿੱਚ ਰਹੋ। problems? ਤੁਹਾਡੇ ਚੋਂ ਕਿੰਨੇ ਜਣੇ ਨੇ ਜਿਨ੍ਹਾਂ ਨੂੰ ਸਮੱਸਿਆਵਾਂ ਨੇ? How many of you got problems? ਕਿੰਨੇ ਨੇ ਜਿਨ੍ਹਾਂ ਚ ਸਮੱਸਿਆਵਾਂ ਨੇ? Come. ਆਜੋ Let's use one example. ਤਾਂ ਆਪਾਂ ਇੱਕ ਐਗਜ਼ਾਮਪਲ ਲਵਾਂਗੇ। What is your problem? ਕੀ ਤੁਹਾਡੇ ਦੀ ਕੀ ਤੁਹਾਨੂੰ ਸਮੱਸਿਆ ਆ? Christmas my boss. Huh? He's very angry, my boss. Okay. Yeah. बॉस का नेम ले लो और उसको बात करो इधर से। Panayoti his name. हाँ? Panayoti his name. उसका नाम लेकर see Jesus when the centurion came and said to Jesus, my servant is sick at home. Speak the word. Yes, amen. Yeah? ਰਿਪੀਟ ਪਲੀਜ਼। ਜਦੋਂ Why you ਦਰੋਗਾ not ਆਇਆ, look? ਹਾਂ, ਜਦੋਂ ਦਰੋਗਾ ਆਇਆ ਤੇ ਉਹ ਬਿਮਾਰ ਸੀ। ਉਹਦਾ ਹਾਂ। ਸੇਵਕ ਬਿਮਾਰ ਸੀ। ਉਹਦਾ ਸੇਵਕ ਬਿਮਾਰ ਸੀ ਤਾਂ ਉਹਨੇ ਅਧਿਕਾਰ ਦੇ ਨਾਲ ਕਿਹਾ ਕਿ ਜੋ ਸੇਵਕ ਦੇ ਵਿੱਚ ਜੋ ਬਿਮਾਰੀ ਹੈ ਖੁਦਾ ਯਿਸੂ ਦੇ ਨਾਮ ਤੇ ਚਲੀ ਜਾਵੇ। Yeah? He said, speak the word. ਹਾਂ, ਉਹਨੇ ਪਰਮੇਸ਼ਰ ਦੇ ਵਚਨ ਬੋਲੇ। So if you speak the word now, ਜੇਕਰ ਤੁਸੀਂ ਹੁਣ ਉਹ ਪਰਮੇਸ਼ਰ ਦੇ ਵਚਨ ਨੂੰ it ਯੂਜ਼ will go ਕਰੋਗੇ, there. ਉਹ ਉੱਥੇ ਜਾਏਗਾ। करो. ਬੋਲੋ। उसका नाम लेकर जो वो कुछ कर रहा है उसके एड्रेस बोलो उसके साथ. ਜੋ ਵੀ ਉਹ ਤੁਹਾਡੇ ਮਾलिक ਕਰਦੇ ਨੇ ਤਾਂ ਉਹਨਾਂ ਪਰਮੇਸ਼ਰ ਦਾ ਨਾਮ ਲੈ ਕੇ ਉਹਨਾਂ ਨੂੰ ਅਥਾਰਟੀ ਦੇ ਨਾਲ ਡਾਂਟੋ। Yeah, speak. ਮੈਂ ਆਪਣੇ boss ਨੂੰ उसका नाम. ਉਹਦਾ ਨਾਮ ਕੀ ਹੈ? ਪਾਨਾਯੋਤੀ ਨੂੰ हाँ. ਉਹਦੇ ਗੁੱਸੇ ਨੂੰ ਹਾਂ। ਉਹ ਯਿਸੂ ਮਸੀਹ ਦੇ ਨਾਮ ਦੇ ਵਿੱਚ ਡਾਂਟਦਾ ਹੈ। Amen. चलो. Good. Come on. One more person. और किसका ਇੱਕ प्रॉब्लम ਹੋਰ है? ਇਨਸਾਨ ਜਿਹਦੀ ਸਮੱਸਿਆ ਕੋਈ आज टाइम में किसी का प्रॉब्लम है वो भी सॉल्व हो जाएगा. आज- One more person. कौन है और? ਇੱਕ ਹੋਰ ਇਨਸਾਨ ਕੋਈ ਅੱਗੇ आना चाहूगा। This is good now. Nice and cool. Come on, Harpreet. राडी। ये अभी तुमको प्रैक्टिकल दिखा रहा है करने के लिए कैसे करने का. ओके विद अथॉरिटी जोर से जोर ਦੇ ਨਾਲ, चलो. ਜ਼ੋਰ ਨਾਲ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਜੋ ਵੀ ਮੇਰੇ ਵਿੱਚ ਬਿਮਾਰੀ ਹੈ ਉਹ ਮੈਂ ਕੱਟ ਕਰਦੀ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਆਮੇਨ। Amen. 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 Thank you. Anybody else? ਰਾਣੀ ਦੇ ਵੀ। Who? रानी चलो. Come on. और रेडी हो जाओ और कोई किसी का है आज खत्म हो जाएगा तुम्हारा मुंह से खत्म हो जाएगा. Yes रानी चलो. Just give one mic. ਜੋ ਵੀ ਮੇਰੀ ਪ੍ਰੋਬਲਮ ਆ ਜਿਸ ਨਾਲ ਆਖਰੀ ਦੇ ਨਾਲ ਤੋਂ ਜਾਂਦੀ ਰਵੇ ਮੈਂ ਚੰਗੀ ਹਾਂ ਬਲੈਸ ਸਾਹਿਬ ਦੇ ਨਾਲ। ਆਮੇਨ। Amen. थोड़ा और जोर से. थोड़ा और जोर से चलो. उसको नहीं सुन रहा है जल्दी जोर से. ਯਿਸੂ ਮਸੀਹ ਦੇ ਨਾਮ ਤੋਂ ਮੈਂ ਸੇ। ਚੰਗੀ ਹਾਂ ਖੁਦਾ ਦੇ ਕੇ ਕੋੜੇ ਖਾਣਾ ਮੈਂ ਚੰਗੀ ਹਾਂ ਖੁਦਾ ਨੇ ਮੇਰੇ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਮੈਂ ਉਹਦੇ ਕੋੜੇ ਖਾਣਾ ਚੰਗੀ ਹਾਂ। Amen. 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 Come on. Anybody else? ਰਣਜੀਤ। Ranjit, come on. मेरा भाई विक्रम है, वो हाँ। में थोड़ी प्रॉब्लम क्रिएट कर चलो उसको नाम से. ਵਿਕਰਮ ਦੇ ਨਾਲ। Yes. विक्रम, तू परमेश्वर प्रभु यीशु मसीह ਦਾ ਜਨਾਬ। ਬੇਟਾ ਹੈ ਤੇ ਤੂੰ ਜੋ ਵੀ ਪਰੇਸ਼ਾਨ ਕਰ ਰਿਹਾ ਘਰ ਦੇ ਵਿੱਚ ਮੇਰੇ ਡੈਡੀ ਜੀ ਨੂੰ ਜਾਂ ਵੱਡੀ ਭੈਣ ਨੂੰ ਤੂੰ ਇਸ ਚੀਜ਼ ਨੂੰ ਇਸੇ ਵਕਤ ਯੀਸ਼ु ਮਸੀਹ ਦੇ ਨਾਮ ਦੇ ਵਿੱਚ ਇਸ ਨੂੰ ਬੰਦ ਕਰ ਦੇ। ਆਮੇਨ। ਆਮੇਨ। Amen. Amen. This is a very powerful thing.
ये बहुत ही ये बहुत ही शक्तिशाली चीज है। one preacher, one he was preaching, ऐसा प्रीच कर रहा था, तो उसको याद आया कि उसका ब्रदर खुदा में नहीं था और नहीं सुन रहा था, तो उसने प्रेचर स्टॉप किया, लोगों को बोला 1 मिनट, और ऐसे इधर गया और बोलने लगा, उसका नाम से बोलने लगा, आज तुम खुदा में आ रहा है और कुछ नहीं चाहिए, शैतान उसको छोड़ो, और वापस आ गया। जब वो घर गया ना, तो उसको ब्रदर ने फोन किया, बोला मालूम नहीं क्या हो गया, मेरे को चर्च आना है कल संडे। आमेन। इट वॉज हिज फेथ, उसका फेथ इज व्हाट कॉज्ड इट टू हैपन। ਇਹ ਉਹਦਾ ਵਿਸ਼ਵਾਸ ਸੀ ਜਿਹਦੇ ਕਰਕੇ ਸਭ ਕੁਝ ਹੋਇਆ। एनीबडी एल्स? ਕੋਈ ਹੋਰ ਹੈਗਾ? चलो, और कोई है? ਕੋਈ ਹੋਰ? नहीं? नहीं? चलो माइक ये होल्ड, ओके, वी कैन, सो नाउ ਹੁਣ हाउ डू यू फील व्हेन यू सेड दैट? ਤੁਸੀਂ कैसा ਕਿਵੇਂ लगा? ਮਹਿਸੂਸ ਕੀਤਾ ਜਦੋਂ ਤੁਸੀਂ ਕਿਹਾ? चलो, see it works, एक चीज समझ काम गए करती ना? है, समझे? So every day do that. ਤਾਂ ਹਰ ਇੱਕ ਦਿਨ ਇਹ ਚੀਜ਼ ਕਰੋ। Every day you feel tired. ਹਰ ਇੱਕ ਦਿਨ ਤੁਸੀਂ ਜੇ ਥੱਕੇ ਹੋਏ ਮਹਿਸੂਸ ਕਰਦੇ ਹੋ I am not tired. Say, body, you are not tired. ਤਾਂ ਆਪਣੇ ਸਰੀਰ ਨੂੰ ਕਹੋ ਕਿ ਮੈਂ ਥੱਕਿਆ ਹੋਇਆ ਨਹੀਂ I am ਹੈਗਾ। strong. ਮੈਂ ਮਜ਼ਬੂਤ ਹਾਂ। Yes, your body will start to listen to you. ਤੁਹਾਡੇ ਸਰੀਰ ਤੁਹਾਡੀ ਗੱਲ ਸੁਣਨਾ ਸ਼ੁਰੂ क्योंकि ਕਰੇਗਾ तुम्हारा से authority से words आ रहा है बाहर. ਕਿਉਂਕਿ ਤੁਹਾਡੇ ਜੋ ਸ਼ਬਦ ਬਾਹਰ ਆ ਰਹੇ हाँ। ਆ ਅਧਿਕਾਰ ਦੇ ਨਾਲ ਆ ਰਹੇ ਨੇ। So many years the body is controlling you. Now you learn to control the body. ਬਹੁਤ ਸਾਰੇ ਸਾਲ ਹੋ ਗਏ ਕਿ ਸਰੀਰ ਨੇ ਤੁਹਾਨੂੰ ਕੰਟਰੋਲ ਕੀਤਾ ਹੈ। If ਹੁਣ you ਉਹ are- ਸਮੇਂ ਕਿ ਤੁਸੀਂ ਉਹਨੂੰ ਕੰਟਰੋਲ If ਕਰੋ। you are sick all the time, you say in the name of Jesus, no more. ਜੇ ਤੁਸੀਂ ਬਿਮਾਰ ਹੋ ਤਾਂ ਤੁਸੀਂ ਅਧਿਕਾਰ ਦੇ ਨਾਲ ਕਹੋ ਬਿਮਾਰੀ ਹੁਣ ਨਹੀਂ ਬਸ ਬਹੁਤ ਹੋ आज ਗਿਆ। से नहीं और नहीं आज के चाहिए, बाद नहीं। खत्म. खत्म। When you stand with that authority, you will see things happening. ਜੇ ਤੁਸੀਂ ਅਧਿਕਾਰ ਦੇ ਨਾਲ ਖੜੇ ਹੁੰਦੇ ਹੋ ਤਾਂ ਤੁਸੀਂ ਦੇਖੋਗੇ ਕਿ ਕੁਝ ਚੀਜ਼ਾਂ ਬਦਲਣਗੀਆਂ। Amen. ਆਮੀਨ। So how many of you today feel you have some authority? ਤਾਂ ਤੁਹਾਡੇ ਚ ਕੌਣ ਮਹਿਸੂਸ ਕਰਦੇ ਨੇ ਤੁਹਾਡੇ ਕੋਲ ਅਧਿਕਾਰ ਹੈਗੇ ਨੇ? Everyone? ਹਰ ਕੋਈ। तो बिग प्रॉब्लम हो गया हमारा दुश्मन को। हमारे भी। हाँ, वो भी शेक हो रहा है उधर है, क्या हो रहा है चर्च में, सभी लोगों को मैं भी मालूम हो गया तो मेरा प्रॉब्लम हो जाएगा। हाँ। हाँ, now you should be victorious, you need to be strong, you need to encourage one another. ਤੁਸੀਂ ਹੁਣ ਜਿੱਤ ਚੁੱਕੇ ਹੋ, ਤੁਹਾਨੂੰ ਮਜ਼ਬੂਤ ਬਣਨ ਦੀ ਜ਼ਰੂਰਤ ਹੈ ਔਰ ਦੂਸਰਿਆਂ ਨੂੰ ਵੀ ਹੌਸਲਾ ਦੇਣ ਦੀ ਜ਼ਰੂਰਤ ਹੈ। Amen. ਆਮੀਨ। Good. So was this teaching helpful for you today? ਕੀ ਇਹ ਟੀਚਿੰਗ ਤੁਹਾਡੇ ਲਈ ਲਾਭਦਾਇਕ ਹੈਗੀ ਹੈ? How many benefited today from listening? ਕਿੰਨੇ ਲੋਕਾਂ ਨੇ ਅੱਜ ਇਸ ਚੀਜ਼ ਦਾ Yes. ਫਾਇਦਾ ਲਿਆ? Good. When it is beneficial, then I am at peace. ਤਾਂ ਜੇ नहीं ਤੁਹਾਡੇ तो- ਲਈ ਇਹ ਫਾਇਦੇਮੰਦ है तो ਮੈਨੂੰ ਅੰਦਰੋਂ शांति मिलती है। मैं तो मेरे घर पे जाकर बोल कर लोगों को समझ आया, नहीं आया तो मैंने क्या किया। चलो, okay. So let us now pray for people that feel that I need to activate this authority. Some people may be thinking, वो बोल रहा है स्टेज पे, लेकिन मेरे को करने को नहीं आता ये बात। ओके। Yeah. ਤਾਂ ਆਪਾਂ ਹੁਣ ਸਾਰੇ ਉਹਨਾਂ ਪਾਸਟਰ ਜੀ Yeah. ਕਹਿ ਰਹੇ ਮੈਂ ਉਹਨਾਂ ਲਈ ਪ੍ਰਾਰਥਨਾ ਕਰਾਂਗਾ ਜਿਹੜੇ ਲੋਕ ਮਹਿਸੂਸ ਕਰਦੇ ਨੇ ਕਿ ਜਿਨ੍ਹਾਂ ਨੂੰ ਨਹੀਂ ਪਤਾ ਕਿ ਅਧਿਕਾਰ ਕਿਸ ਤਰ੍ਹਾਂ ਯੂਜ਼ ਕਰਨੇ ਨੇ। If ਤਾਂ you ਕਈ ਵਾਰ feel- ਆਪਾਂ ਦੂਸਰਿਆਂ ਨੂੰ ਦੇਖ ਕੇ ਕਹਿੰਦੇ ਆ ਕਿ ਇਹ ਬੰਦਾ ਹੈ ਨਾ ਜਿਵੇਂ ਕਿ ਸਟੇਜ ਤੇ ਬੋਲ ਰਿਹਾ ਪਰ ਮੈਨੂੰ ਨਹੀਂ ਬੋਲਣਾ ਆਉਂਦਾ। You don't feel shy. ਤੁਹਾਨੂੰ ਸ਼ਰਮ ਕਰਨ ਦੀ